ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਤਾਂ ਸੰਗਤ ਜੀ ਸਾਰਿਆਂ ਨੂੰ ਇਸ ਜਿਹਨਾਂ ਕਹਿੰਦੇ ਕਿ ਅੱਜ ਕੱਲ ਦੀ ਆਈਟੀ ਜਿਹੜੀ ਹੈ ਉਹਦੇ ਨਾਲ ਅਸੀਂ ਜੁੜੇ ਹੋਏ ਹਾਂ ਔਰ ਇਹ ਵੈਬੀਨਾਰ ਜਿਸ ਤਰ੍ਹਾਂ ਹੋ ਰਹੇ ਹਨ ਉਹਦੇ ਵਿੱਚ ਇਹ ਜੋ ਗੁਰੂ ਨਾਨਕ ਦੀ ਫੁਲਵਾੜੀ ਤੇ ਉਸ ਦੇ ਵਿੱਚ ਅਸੀਂ ਅੱਗੇ ਹੁਣ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅੱਜ ਦੀ ਕਲਾਸ ਸਾਡੇ ਹੈਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਉਹ ਲੈਣਗੇ ਸਾਕੇਤ ਦੇ ਜੋ ਹੈਡ ਗ੍ਰੰਥੀ ਸਾਹਿਬ ਹਨ ਔਰ ਚਾਨਣ ਪਾਣਗੇ ਕਿ ਜਿਹੜੇ ਪ੍ਰਚਲਿਤ ਸ਼ਬਦ ਹੈਗੇ ਉਹਨਾਂ ਦਾ ਰੈਲੇਵੈਂਸ, ਉਹਨਾਂ ਦੀ ਸਮਝ, ਉਹਨਾਂ ਦੀ ਕਨੈਕਟੀਵਿਟੀ ਵਿਦ the purpose and the place, and by virtue of that ਅਸੀਂ ਆਪਣੇ ਆਪ ਨੂੰ ਬ੍ਰੌਡਰ ਪਰਸਪੈਕਟਿਵ ਵਿੱਚ ਕਿਸ ਤਰ੍ਹਾਂ ਉਹਨੂੰ ਸਮਝਣਾ ਹੈ ਤਾਂ ਕਿ ਕਿਸੇ ਜਗ੍ਹਾ ਤੱਕ ਬਹੁਤ ਦੁਨਿਆਈ ਅਚੀਵਮੈਂਟਸ ਦੇ ਨਾਲ ਸ਼ਬਦ ਨੂੰ ਨਾ ਲਗਾਇਆ ਜਾਏ ਔਰ ਉਹਨੂੰ ਸਪਿਰਿਚੁਅਲ ਥਾਟ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾਏ। ਤੇ ਉਹਦੇ ਵਿੱਚ ਅੱਜ ਦਾ ਮਤਲਬ ਬਾਕੀ ਚੀਜ਼ਾਂ ਵੀ ਹੋਣਗੀਆਂ ਲੇਕਿਨ ਅੱਜ ਦਾ ਮੇਨ ਸ਼ਬਦ ਜੋ ਭਾਈ ਸਾਹਿਬ ਲੈ ਰਹੇ ਹਨ ਉਹ ਹੈ ਤਾਤੀ ਵਾਹੋ ਨਾ ਲਾਗਹੀ ਪਾਰ ਬ੍ਰਹਮ ਸ਼ਰਨਾਈ। ਉਹਦੇ ਉੱਪਰ ਚਾਨਣ ਪਾਣਗੇ ਸਾਡੇ ਹੈਡ ਗ੍ਰੰਥੀ ਸਾਹਿਬ ਭਾਈ ਗੁਰਿੰਦਰ ਸਿੰਘ ਜੀ। ਓਵਰ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੀ ਕਿਰਪਾ ਦੇ ਨਾਲ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਛਾਏ। ਅਸੀਂ ਸਭਨਾ ਨੇ ਇਸ ਮੀਡੀਆ ਦੇ ਮਾਧਿਅਮ ਦੇ ਰਾਹੀਂ ਉਹ ਇੱਕ ਸਫਾ ਵਛਾਈ ਹੈ ਗੁਰਮਤ ਦੀ, ਜਿਹਦੇ ਤੇ ਬੈਠ ਕੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਵਿਚਾਰਧਾਰਾ, ਉਹਨਾਂ ਦੇ ਬਖਸ਼ਿਸ਼ ਕੀਤੇ ਹੋਏ ਸਿਧਾਂਤ, ਉਹਨਾਂ ਨੂੰ ਸਮਰਪਣ ਹੋ ਕੇ ਕੁਝ ਸਮਝਣ ਦਾ ਯਤਨ ਕਰਦੇ ਹਾਂ। ਅੱਜ ਦੀ ਸੇਵਾ ਦਾਸ ਦੀ ਸਤਿਗੁਰ ਵੱਲੋਂ ਕਿਰਪਾ ਦੇ ਨਾਲ ਇਹ ਮੌਕਾ ਮਿਲਿਆ, ਸੁਭਾਗ ਸਮਾਂ। ਤੇ ਅੱਜ ਦਾ ਜਿਹੜਾ ਸਾਡਾ ਸ਼ਬਦ ਹੈ, ਜਿਵੇਂ ਅੰਕਲ ਜੀ ਹੁਣਾਂ ਨੇ ਦੱਸਿਆ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਬਦ ਹੈ। ਅਕਸਰ ਜਿਹੜੇ ਸ਼ਬਦ ਬਹੁਤੇ ਪ੍ਰਚਲਿਤ ਹੋ ਜਾਣ ਜਾਂ ਜਿਹੜੇ ਸ਼ਬਦਾਂ ਨੂੰ ਬਹੁਤਾ ਗਾਵਿਆ ਜਾਂਦਾ ਹੋਵੇ, ਸੁਣਿਆ ਜਾਂਦਾ ਹੋਵੇ, ਤੇ ਉਹਨਾਂ ਸ਼ਬਦਾਂ ਨੂੰ ਸਮਝਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ। ਅਕਸਰ ਤੁਸੀਂ ਵੇਖਿਆ ਹੋਵੇਗਾ ਵੀ ਜਦੋਂ ਕਿਸੇ ਨੇ ਕੀਰਤਨ ਸਿਖਲਾਈ ਦੀ ਵੀ ਸ਼ੁਰੂਆਤ ਕਰਨੀ ਹੁੰਦੀ ਹੈ ਨਾ, ਤੇ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਸਿਖਾਇਆ ਜਾਂਦਾ ਹੈ, ਅਕਸਰ ਉਹ ਸਭ ਤੋਂ ਪਹਿਲਾਂ ਇਹੀ ਸ਼ਬਦ ਸਿਖਾਇਆ ਜਾਂਦਾ ਹੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਅਕਸਰ ਇਸ ਸ਼ਬਦ ਨੂੰ ਪਹਿਲ ਕਰ ਦਿੱਤੀ ਜਾਂਦੀ ਹੈ। ਹੁਣ ਇਸੇ ਕਰਕੇ ਜਿਹੜੇ ਭਾਵਾਂ ਕਿ ਆ ਵੀ ਸ਼ਬਦ ਹੈ ਜਾਂ ਹੋਰ ਵੀ, ਜਿਵੇਂ ਅੰਕਲ ਜੀ ਹੁਣਾਂ ਨੇ ਹੁਣੀ ਕਿਹਾ ਬਈ ਅੰਤਿਮ ਅਰਦਾਸ ਦੇ ਟਾਈਮ ਤੇ ਜਾਂ ਕਿਸੇ ਖਾਸ ਮੌਕੇ ਦੇ ਟਾਈਮ ਤੇ ਆਨੰਦ ਕਾਰਜ ਤੋਂ ਭਾਈ ਮਲਕੀਤ ਸਿੰਘ ਜੀ ਹੁਣੀ ਸ਼ਬਦਾਂ ਦੀ ਲੜੀ ਲੈ ਕੇ ਚੱਲੇ ਹੋਏ ਨੇ। ਉਹ ਸ਼ਬਦ ਜਿਹੜੇ ਬਹੁਤੇ ਪ੍ਰਚਲਿਤ ਹਨ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਤਰੀਕੇ ਦੇ ਨਾਲ ਅੱਜ ਦਾ ਆਪਾਂ ਇੱਕ ਸ਼ਬਦ ਵਿਚਾਰਨਾ ਹੈ, ਸਮਝਣਾ ਹੈ, ਉਹਦੇ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੈਨੂੰ ਕੀ ਸੁਨੇਹਾ ਬਖਸ਼ਿਸ਼ ਕਰ ਰਹੇ ਹਨ। ਸੋ ਆਓ ਇਸ ਸ਼ਬਦ ਨੂੰ ਆਪਾਂ ਪਹਿਲਾਂ ਰਹਾਉ ਦੀ ਪੰਕਤੀ ਤੋਂ ਵਿਚਾਰਦੇ ਹਾਂ, ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਤੁਸੀਂ ਸਾਰੇ ਸਿਆਣੇ ਹੋ, ਉਹ ਰਹਾਉ ਦੀ ਪੰਕਤੀ ਦੇ ਵਿੱਚ ਹੁੰਦਾ ਹੈ। ਇਸ ਕਰਕੇ ਜਦੋਂ ਅਸੀਂ ਰਹਾਉ ਨੂੰ ਬੇਸ ਬਣਾ ਕੇ ਚੱਲਾਂਗੇ ਫਿਰ ਬਾਕੀ ਦਾ ਸ਼ਬਦ ਦਾ ਸਹੀ ਸਰੂਪ ਸਾਡੇ ਸਾਹਮਣੇ ਆ ਜਾਏਗਾ। ਇਹਦੇ ਵਿੱਚ ਜੋ ਰਹਾਉ ਦਾ ਬੰਦ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦਿਆ ਏਕਾ ਲਿਵ ਲਾਈ। ਇਹ ਰਹਾਉ ਵਾਲੀਆਂ ਪੰਕਤੀਆਂ ਹਨ। ਇਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਰਹਿਮਤ ਕੀਤੀ, ਇੱਕ ਜਦੋਂ ਗੁਰੂ ਮਿਲਦਾ ਹੈ, ਹੁਣ ਵੇਖੋ ਛੋਟੇ ਛੋਟੇ ਨੁਕਤੇ ਨੇ ਸਮਝਣ ਵਾਲੇ, ਸ਼ਬਦ ਬਹੁਤ ਪ੍ਰਚਲਿਤ ਹੈ, ਕਈ ਵਾਰ ਅਸੀਂ ਸੁਣਨ ਲੱਗਿਆਂ ਪੜ੍ਹਦੇ ਹਾਂ
सतगुर पूरा भेटिया, भेटिया का अर्थ हुंदा है मिलाप होना, मिल जाना, एक मुलाकात हो जानी, जिदे नाल सतगुर दा मिलन की निशानी है। कोई ऐसा नहीं है भी सतगुर किसी फॉर्म दे विच हैगा, किसी खास थां ते जाके मिलेगा। सतगुर नूं मिलना है, सतगुर की विवेक बुद्धि प्राप्त कर लेना। जदों असी गुरु की बख्शिश की हुई विवेक मत गुरमत नूं प्राप्त कर लेने हाँ, समझ लो असी गुरु नूं मिल लिया है। नहीं तो अगर शायद गुरुद्वारा साहब जाके गुरु नूं मिलिया जाता है, हाँ गुरुद्वारा साहब जाके उत्थे सतगुर की बाणी सुननी है, गुरु नूं सुनना है, लेकिन गुरु असी उदों कहांगे भी अज गुरु नूं मिल लिया वा, गुरु मैनूं मिल गया, जिदन गुरु की बख्शिश की हुई विवेक मत नूं मैं अपने जीवन में जिउण लग पवांगा, जिसनों सतगुर की गुरबाणी च कहंदे ने हार प्रयो स्वामी के द्वारे दीजै बुद्ध विवेका। ਉਹ ਵਿਵੇਕ ਬੁੱਧ ਜਿੱਦਣ ਅਸੀਂ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲਈ ਜਾਂ ਉਹਦੇ ਨਾਲ ਸਾਂਝ ਪਾ ਲਈ ਗੁਰੂ ਦੀ ਮੱਤ ਦੇ ਨਾਲ, ਉਦੋਂ ਸਾਡਾ ਹੋਏਗਾ ਗੁਰੂ ਨੂੰ ਮਿਲਣਾ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿੱਦਣ ਉਹ ਪੂਰਾ ਜੋ ਕਿ ਭਰਿਆ ਪਿਆ, ਪੂਰਾ ਹੁੰਦਾ ਮਤਲਬ ਮੁਕੰਮਲ, ਜਿਹਦੇ ਵਿੱਚ ਕੋਈ ਊਣ ਤਾਣ ਨਹੀਂ ਹੈ, ਬਿਲਕੁਲ ਰੱਬੀ ਗੁਣਾ ਨਾਲ, ਰੱਬੀ ਸੋਚ ਨਾਲ, ਰੱਬੀ ਵਿਚਾਰਧਾਰਾ ਦੇ ਨਾਲ ਭਰਿਆ ਹੋਇਆ ਉਹ ਸਤਿਗੁਰ ਗੁਰੂ ਗਿਆਨ ਜਿਸਨੂੰ ਭੇਟਿਆ विवेक बुद्धि प्राप्त हो गई, जिसनों हुण उस गुरु नूं मिल के विवेक मत लैके उस सतगुर दे राही, गुरु दे ज्ञान दे राही, गुरु दी मत दे राही की करना है, एक ऐसी गुरु नूं मिल के साडे जीवन दी बनत बन जानी है। जिन बनत बनाई, बनत बनाई दा अर्थ हुंदा है एक ऐसी तकनीक बन गई, एक ऐसी विधि बन गई, ऐसी जुगत मिल गई, ऐसा जीवन दा एक डिसिप्लिन हो गया। मेरा पहला जीवन अपनी मर्जी अनुसार चलता हाँ, मेरा मन अपनी मत अनुसार चलता है, एदा कोई अनुशासन नहीं सी, एदी कोई जीवन की मर्यादा नहीं सी, एदे जीवन की कोई रहत नहीं सी, एक खंडर जा बनया पिया सी जीवन। ते गुरु दी मत दे राही की बनया, गुरु ने सब तो पहला एदी एक ब्योंतबंदी बनाई। गुरु ने जो गुरु की विवेक मत मिली ते मेरे जीवन विचों अपने मनमत दे बनाए हुए खंडर वहम भरम कर्मकांडा दे कारण जीवन एक खंडर जा बनया पिया सी, वो सारा खत्म किया ते गुरु की मत दे नाल मैनू एक बनत मिल गई। बनत का अर्थ है तकनीक, जिदे द्वारा एक मर्यादा, जिदे नाल मेरा जीवन किसी डिसिप्लिन में आ सकता है। सतगुर गुरु का ज्ञान, गुरु दी मत, पूरा दा अर्थ है मुकम्मल, पूरा भरिया प्यार रब्बी गुणा दे नाल। भेटिया दा अर्थ है जिदन मेरे जीवन विच आ गया विवेक मत रूप हो के, ते ओदे राही जिन दा अर्थ है गुरु, जिस मत दे नाल जिन बनत, बन दा अर्थ है तकनीक, मर्यादा बनाई, मेरे जीवन नूं ने सवार दिता। असी गुरु तेग बहादुर साहब दा भी एक शब्द पढ़ते हैं, ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਸ਼ਬਦ ਦਾ ਕੇਂਦਰ ਜਿਹੜਾ ਹੈ ਨਾ ਉਹ ਇੱਕ ਸ਼ਬਦ ਤੇ ਕੇਂਦਰਿਤ ਕਰ ਦਿੱਤਾ ਹੈ। ਜਦੋਂ ਅਸੀਂ ਪੜ੍ਹਦੇ ਆ ਨਾ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ क्रोध जह परसे नाहिन, तेह घट ब्रह्म निवासा। आखिरली पंक्ति गुरु तेग बहादुर साहब कहने लगे आ जिन्नी भी उपर गलबात है ये उदों समझ आती है, गुर कृपा जे नर को कीनी ते यह जुगत पछानी। जुगत पछानी दे विच सारा शब्द केंद्र है। इत्थे भी वही गल कीती जा रही है, जदों गुरु दी मत पूरा मुकम्मल भरिया होया भेटिया जीवन विच आ गया, ਉਹਦੇ ਮਿਲਣ ਦੇ ਨਾਲ, ਜਿਨ ਉਸ ਨੂੰ ਮਿਲਣ ਦੇ ਨਾਲ, ਜਿਸ ਨਾਲ ਮਿਲ ਕੇ ਬਣਤ ਬਣਾਈ, ਇੱਕ ਐਵੇਂ ਦੀ ਜੀਵਨ ਦੀ ਬਣਤ ਬਣ ਗਈ। ਉਸ ਬਣਤ ਦੀ ਅੱਗੇ ਕੁਝ ਪਹਿਚਾਨ ਦੱਸੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਉਸ ਬਣਤ ਵਿੱਚੋਂ ਮਿਲਦਾ ਕੀ ਹੈ? ਉਸ ਬਣਤ ਵਿੱਚੋਂ ਮਿਲਦਾ ਰਾਮ ਨਾਮ ਔਖਦ ਦਿਆ। ਉਸ ਬਣਤ ਵਿੱਚ, ਉਸ ਜੀਵਨ ਦੇ ਵਿੱਚ ਇੱਕ ਕੰਮ ਹੁੰਦਾ है, एक क्रिया होंदी है, एक वस्तु होंदी है, वो वस्तु है राम नाम, भाव रब्बी विचारधारा, रब्बी गुण, रब जी दी गल,
ਰੱਬੀ ਸਿਧਾਂਤ ਸੱਚ ਦੀ ਵਿਚਾਰਧਾਰਾ ਜਿਹੜੀ ਹੈ ਉਹ ਜੀਵਨ ਵਿੱਚ ਗੁਰੂ ਬਣਤ ਬਣਾ ਕੇ ਉਸ ਜੀਵਨ ਵਿੱਚ ਭਰ ਦਿੰਦਾ ਹੈ, ਤਾਂ ਕਿ ਮੁੜ ਜਿਹੜੀ ਅੱਜ ਗੁਰੂ ਨੇ ਬਣਤ ਬਣਾਈ ਹੈ ਉਹ ਦੁਬਾਰਾ ਕਦੀ ਵਿਗੜੇ ਨਾ। ਗੁਰੂ ਅਗਲਾ ਵੀ ਸੋਲੂਸ਼ਨ, ਪਰਮਾਨੈਂਟ ਸੋਲੂਸ਼ਨ ਗੁਰੂ ਕਰਕੇ ਜਾਂਦਾ ਹੈ ਵੀ ਜਿਹੜੀ ਬਣਤ ਬਣ ਗਈ ਹੈ ਇਹ ਮੁੜ ਕੇ ਦੁਬਾਰਾ ਨਾ ਕਿਤੇ ਕਿਸੇ ਇਹਦੀਆਂ ਕਮੀਆਂ ਦੇ ਕਰਕੇ ਵੀ ਖਰਾਬ ਹੋ ਜਾਏ, ਇਹ ਪਰਮਾਨੈਂਟ ਇਵੇਂ ਬਣੀ ਰਹੇ, ਇਹਦੇ ਜੀਵਨ ਵਿੱਚ ਬਹਾਰ ਬਣੀ ਰਹੇ। ਉਹਦੇ ਲਈ ਗੁਰੂ ਕੀ ਕਰਦਾ ਹੈ? ਰਾਮ ਨਾਮ, ਰੱਬ ਜੀ ਦੇ ਗੁਣ, ਰਮੀ ਹੋਈ ਵਿਚਾਰਧਾਰਾ, ਰਾਮ ਦਾ ਅਰਥ ਹੈ ਰਮਿਆ ਹੋਇਆ, ਉਸ ਦੀ ਵਿਚਾਰਧਾਰਾ ਸੱਚ, ਜਿਹੜਾ ਗਿਆਨ ਹੈ, ਔਖਦ ਦਵਾਈ ਦੇ ਰੂਪ ਦੇ ਵਿੱਚ, ਇੱਕ दारू ਦੇ ਰੂਪ ਦੇ ਵਿੱਚ, ਪਰਮਾਨੈਂਟ ਸੋਲੂਸ਼ਨ ਦੇ ਰੂਪ ਦੇ ਵਿੱਚ ਦਿਆ। ਔਰ ਉਹਦੇ ਨਾਲ ਕੀ ਹੋ ਗਿਆ? ਮੇਰੀ ਜਿਹੜੀ ਸੁਰਤ ਹੈ ਜਿਹੜੀ ਖਿੰਡੀ ਪਈ ਸੀ, ਉਹ ਖਿੰਡੀ ਹੋਣ ਦੇ ਕਾਰਨ ਇਹਦੀ ਕੋਈ ਬਣਤ ਨਹੀਂ ਸੀ, ਤੇ ਜਦੋਂ ਗੁਰੂ ਦੀ ਬਣਤ ਵਿੱਚ ਆਈ, ਅਸੀਂ ਸ਼ਬਦ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਜਿਹਦੇ ਵਿੱਚ ਸਤਿਗੁਰ ਬਾਰ-ਬਾਰ ਕਹਿੰਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਨਿਰਾਲੀ ਦਾ ਅਰਥ ਵੀ ਹੈ ਜੀਵਨ ਨੂੰ ਇੱਕਦਮ ਚੇਂਜ ਕਰਨ ਵਾਲੀ, ਜੀਵਨ ਵਿੱਚ ਬਦਲਾਵ ਲੈ ਕੇ ਆਉਣ ਵਾਲੀ, ਜੀਵਨ ਨੂੰ ਨਵਾਂ ਨਿਰੋਇਆ ਕਰਨ ਵਾਲੀ। ਜਿਹੋ ਜਿਹਾ ਜੀਵਨ ਕੱਲ ਵਾਲਾ ਸੀ, ਗੁਰੂ ਨੂੰ ਮਿਲਣ ਤੋਂ ਬਾਅਦ, ਸਤਿਗੁਰ ਪੂਰਾ ਭੇਟਿਆ ਹੋਣ ਤੋਂ ਬਾਅਦ ਉਹੋ ਜਿਹਾ ਜੀਵਨ ਨਹੀਂ, ਜੀਵਨ ਵਿੱਚ ਇੱਕ ਨਵੀਂ ਬਹਾਰ ਆਉਂਦੀ ਹੈ। ਪਤਾ ਲੱਗਦਾ ਗੁਰੂ ਮਿਲਿਆ, ਗੁਰੂ ਨੂੰ ਮਿਲੇ ਹੋਣ ਦੀ ਨਿਸ਼ਾਨੀ ਹੈ। ਬੰਦੇ ਦੇ ਜੀਵਨ ਵਿੱਚੋਂ ਦੇਖ ਕੇ ਪਤਾ ਲੱਗ ਜਾਂਦਾ ਇਹ ਗੁਰੂ ਨੂੰ ਮਿਲ ਪਿਆ ਹੈ, ਇਹਦਾ ਜੀਵਨ ਹੁਣ ਪਹਿਲਾਂ ਵਾਂਗ ਨਹੀਂ ਰਹਿ ਗਿਆ। ਤਾਂ ਸਤਿਗੁਰ ਕਹਿੰਦੇ ਨੇ, ਇਹ ਕਾਲੀ ਵਿਲਾਈ ਜਿਹੜੀ ਮੇਰੀ ਸੁਰਤ ਕਈ ਥਾਵਾਂ ਤੇ ਜੁੜੀ ਸੀ ਨਾ, ਇਹ ਕਈ ਅਵਗੁਣਾ ਨਾਲ, ਕਈ ਵਿਚਾਰਾਂ ਦੇ ਨਾਲ ਮੇਰੀ ਸੁਰਤ ਖਿੰਡੀ ਪਈ ਸੀ, ਜਿਹੜੀ ਉਹ ਸੁਰਤ ਦਾ ਇੱਕ ਟਿਕਾਣਾ ਬਣ ਗਿਆ, ਉਹ ਇੱਕ ਥਾਂ ਤੇ ਆ ਕੇ ਟਿਕ ਗਈ। ਉਹਨੇ ਕੇਂਦਰ ਗੁਰੂ ਦੀ ਮੱਤ ਨੂੰ ਬਣਾ ਲਿਆ। ਏਕਾ ਲਿਵਲਾਈ, ਉਹ ਹੁਣ ਸੁਰਤ ਬਾਰ-ਬਾਰ ਇੱਧਰ ਉੱਧਰ ਭਟਕਦੀ ਨਹੀਂ, ਮਨ ਇੱਕ ਥਾਂ ਤੇ ਟਿਕ ਗਿਆ ਹੈ। ਇਹਦਾ ਅੰਤਰ ਆਤਮਾ ਇੱਕ ਨਾਲ ਸਾਂਝ ਪਾ ਕੇ ਬੈਠਾ ਹੈ। ਜਦੋਂ ਇਹਦੇ ਅੰਦਰ ਇੱਕ ਨਾਲ ਲਿਵ ਜੁੜੀ ਹੈ ਨਾ, ਇਹ ਹੁਣ ਸੁਣਦਾ ਇੱਕ ਹੈ, ਦੇਖਦਾ ਇੱਕ ਹੈ, ਬੋਲਦਾ ਇੱਕ ਦੇ ਲਈ ਹੈ, ਕੁਝ ਕੰਮ ਕਰਦਾ ਹੱਥਾਂ ਨਾਲ ਤੇ ਇੱਕ ਨੂੰ ਵੇਖ ਕੇ ਕਰਦਾ ਹੈ, ਪੈਰਾਂ ਨਾਲ ਜੇ ਕਿਤੇ ਚੱਲਦਾ ਤਾਂ ਉਹਦੇ ਚੱਲਣ ਦੀ ਦਿਸ਼ਾ ਇੱਕ ਨੂੰ ਸਮਰਪਿਤ ਹੋ ਕੇ ਹੁੰਦੀ ਹੈ। ਇਹਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਉਹ ਤਾਂ ਸਮਝ ਆਈ ਹੈ, ਪਹਿਲਾਂ ਇਹ ਆਪ ਇੱਕ ਹੋਇਆ, ਇਹ ਤਾਂ ਇੱਕ ਦੂਜਿਆਂ ਵਿੱਚ ਇੱਕ ਨੂੰ ਵੇਖ ਰਿਹਾ, ਪਹਿਲਾਂ ਇਹਨੇ ਆਪਣੇ ਆਪ ਨੂੰ ਇੱਕ ਥਾਂ ਤੇ ਟਿਕਾਇਆ ਹੈ। ਔਰ ਇੱਕ ਥਾਂ ਤੇ ਟਿਕਾਉਣ ਦਾ ਜਿਹੜਾ ਤਰੀਕਾ ਸੀ ਉਹ ਸੀਗਾ ਰਾਮ ਨਾਮ ਔਖਦ ਦਿਆ। ਤੇ ਉਹ ਔਖਦ ਜਿੱਥੋਂ ਮਿਲਿਆ ਸੀ ਉਹ ਇੱਥੋਂ ਮਿਲਿਆ ਸੀ ਵੀ ਸਤਿਗੁਰ ਪੂਰਾ ਭੇਟਿਆ। ਗੁਰੂ ਦੇ ਕੋਲੋਂ ਵਿਵੇਕ ਮਤ ਲੈ ਕੇ ਇੱਕ ਬਣਤ ਬਣੀ, ਜਿਹਦੇ ਵਿੱਚ ਔਖਦਾਈ ਬਣ ਕੇ ਰੱਬੀ ਗੁਣ, ਰੱਬੀ ਵਿਚਾਰਧਾਰਾ, ਉਸ ਔਖਦ ਦੇ ਨਾਲ, ਉਸ ਪਰਮਾਨੈਂਟ ਸੋਲੂਸ਼ਨ ਦੇ ਨਾਲ ਕੀ ਹੋ ਗਿਆ? ਮੇਰੇ ਅੰਦਰ ਦੇ ਭੈੜ ਖਤਮ ਹੋਏ, ਮੇਰੀ ਸੁਰਤ ਦੇ ਬੁਖਾਰ ਲੱਥੇ, ਮੇਰੀ ਸੁਰਤ ਦੇ ਮੰਦੇ ਖਿਆਲ, ਜਿਹੜੀ ਸੁਰਤ ਨੂੰ ਬਾਰ-ਬਾਰ ਖਿੱਚ ਕੇ ਲੈ ਕੇ ਚਲੇ ਜਾਂਦੇ ਸਨ, ਉਡਾਉਂਦੇ ਸਨ ਜਿਹੜੇ ਖਿਆਲ, ਉਹ ਭੈੜ ਉਤਰ ਗਏ ਜਦੋਂ, ਤੇ ਮੇਰੀ ਸੁਰਤ ਏਕਾ ਲਿਵਲਾਈ ਹੋ ਗਈ। ਮੇਰਾ ਇੱਕ ਥਾਂ ਤੇ ਟਿਕਾਣਾ ਹੋ ਗਿਆ ਮੇਰੇ ਮਨ ਦਾ, ਜਿਸ ਨੂੰ ਕਦੀ ਕਿਹਾ ਜਾਂਦਾ ਸੀ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਇਹ ਘਰ ਆ ਗਿਆ। ਜਿਹੜਾ ਅਸੀਂ ਸ਼ਬਦ ਵੀ ਪੜ੍ਹਦੇ ਆ ਨਾ, ਫਿਰ ਕਰ ਬੈਸੋ ਹਰਜਨ ਪਿਆਰੇ, ਇਹ ਉਹ ਹੋ ਗਿਆ। ਹੁਣ ਸਤਿਗੁਰ ਤੁਮਰੇ ਕਾਸ ਵਾਰੇ ਆਪ ਹੀ ਹੋ ਜਾਣਾ ਜਿੱਦਣ ਏਕਾ ਲਿਵਲਾਈ ਹੋ ਗਿਆ। ਅਕਸਰ ਇਹ ਸ਼ਬਦ ਅਸੀਂ ਆਮ ਕਾਰਜਾਂ ਲਈ ਪੜ੍ਹਦੇ ਹਾਂ। ਸਾਡੀ ਜ਼ਿੰਦਗੀ ਦਾ ਵਿਗੜਿਆ ਹੋਇਆ ਕਾਰਜ, ਸਾਡੀ ਜ਼ਿੰਦਗੀ ਦੀ ਵਿਗੜੀ ਹੋਈ ਚਾਲ, ਸਾਡੀ ਜ਼ਿੰਦਗੀ ਦੀ ਵਿਗੜੀ ਹੋਈ ਬਣਤ ਨੂੰ ਬਣਾਉਣ ਦਾ ਗੁਰੂ ਨੇ ਕਾਰਜ ਸਵਾਰਨਾ। ਹੁਣ ਵੇਖੋ, ਜਦੋਂ ਗੁਰੂ ਦੀ ਆ ਬਣਾਈ ਹੋਈ ਬਣਤ ਸਾਨੂੰ ਮਿਲੀ ਹੈ ਨਾ, ਗੁਰੂ ਦੀ ਬਣਾਈ ਹੋਈ ਆ ਮਰਿਆਦਾ ਵਿੱਚ ਮੇਰਾ ਮਨ, ਮੇਰਾ ਜੀਵਨ ਜੀ ਲੱਗ ਪਿਆ। ਹੁਣ ਬਾਕੀ ਸ਼ਬਦ ਦੀਆਂ ਪੰਕਤੀਆਂ ਨੂੰ ਆਪਾਂ ਨਾਲ ਜੋੜਨਾ। ਹੁਣ ਕੀ ਹੋ ਗਿਆ? ਹੁਣ ਨਹੀਂ ਲੱਗਦੀ ਕੋਈ ਤੱਤੀ ਹਵਾ। ਤੱਤੀ ਹਵਾ, ਗਰਮ ਵਾਯੂ, ਅੱਗ ਰੂਪ ਗੈਸ, ਜਿਹੜੀ ਲੂ ਸਾਨੂੰ ਸਾੜਦੀ ਏ, ਜਿਹਦੇ ਵਿੱਚ ਅਸੀਂ ਜਿਉ ਨਹੀਂ ਸਕਦੇ। ਆਮ ਜਦੋਂ ਲੂ ਚੱਲਦੀ ਹੈ, ਬੰਦੇ ਨੇ ਤਨ ਨੂੰ ਠੰਡ ਦੇਣ ਦਾ ਸਾਧਨ ਅਖਤਿਆਰ ਕਰ ਲਏ ਨੇ, ਪਰ ਜਿੰਨਾ ਇਹ ਬਾਹਰ ਦੀਆਂ ਲੂਆਂ ਤੋਂ ਬਚ ਜਾਂਦਾ ਹੈ, ਠੰਡ ਨੂੰ ਕਰਕੇ, ਠੰਡ ਦੇ ਸਾਧਨ ਵਰਤ ਕੇ,
पर सतगुरु की गुरबाणी कहती है भलिया ये ते साधन तू अख्तियार कर ले, पर कदी ख्याल कीता है एक तत्ती हवा विच तेरा मन हमेशा सड़दा पे है। गुरबाणी ने क्या, चंदन चांदना सरद रुत मूल ना मिटई घाम, नहीं तेरी तपत पुछ सकदी इदां। ਉਹ ਤਤੀਆਂ ਹਵਾਵਾਂ ਤੈਨੂੰ ਸਾੜਦੀਆਂ ਰਹਿਣਗੀਆਂ। ਉਹ ਤਤੀਆਂ ਹਵਾਵਾਂ ਕਿਹੜੀਆਂ ਨੇ? ਸਾਡੇ ਅਵਗੁਣ ਭਰੇ ਖਿਆਲ, ਸਾਡੇ ਵਿਕਾਰਾਂ ਵਾਲੀ ਸੋਚ ਜਿਹੜੀ ਤਪੀ ਹੋਈ ਹੈ, ਜਿਹਦੇ ਵਿੱਚ ਜਿਸ ਵਿਕਾਰਾਂ ਦੀ ਲੂ ਦੀਆਂ ਚਪੇੜਾਂ ਹਰ ਵੇਲੇ ਮੇਰੀ ਸੁਰਤ ਮੇਰਾ ਮਨ ਹਮੇਸ਼ਾ ਸਹਾਰਦਾ ਹੈ। ਉਹ ਤਾਂ ਸਹਾਰਦਾ ਸੀ क्योंकि ये बाहर खुले दे विच विचरदा पिया सी, इन्हें अपने जीवन की कोई मर्यादा नहीं सी बनाई। जिदन गुरु की बख्शिश कीती हुई विवेक मत नूं जीवन विच लैके आया ना, सतगुर पूरा भेटिया, उदन गुरु ने ऐसी जीवन की बनत एक मर्यादा विच इहनूं रख लिया। हुण इहदे ते ओ विकारां दी जिहड़ी तपश है ना, अवगुणा वाली तपश, ताती वाओ जिहड़ी है, हुण मन कहंदा नहीं लगदी, हुण मन नहीं कल्पदा, मन हुण नहीं तपदा, मन ठंडा ठार रहिंदा। और एक गल कहंदा बड़े मान दे नाल, तपत माहे ठान वरताई, आनंद भया दुख नाठे भाई। जन्म मरण के जड़ा तत्ती अवगुणा दे करके जमदा हां मर जाना हां, जमदा मर जाना सी जड़ा, जन्म मरण के मिटे अंदेशे, किवें साधु के पूरन उपदेश है। गुरु दे पूरे उपदेश राई मेरी बनत बनी, गुरु दे शब्द विचों मेरी आजीवन की मर्यादा बनी। हुण नहीं लगदी तत्ती हवा। फिर कहंदा पार ब्रह्म शरणाई। वेखो गुरु दी जिहड़ी ब्योतबंदी है ना, इन्हें कित्थे लैके जाना वा? पार ब्रह्म दी शरण विच लैके जाना। पार परे, ब्रह्म दा अर्थ है पार दा अर्थ परे, परे तो परे, ब्रह्म दा अर्थ है हर थां ते पसरिया होया। जे ओ परमात्मा परे तो परे है ते मेरा मन भी उदन पार ब्रह्म की शरणाई विच आना हो जाता है, जिदन ये भैड़ तो परे हो जाता है, अवगुणा तो जिदने पार हो जाता है, जिदने मंदे ख्यालों तो परे हो जाता है ते ब्रह्म नाल जुड़ जाता है, उदन ये समझ लो पार ब्रह्म का रूप हो जाता है। ये भैड़ तो जिदन परा चला गया, जिदन रजो तमो सतो इन्हां गुणा तो अपने आप नूं परा कर लिया और ब्रह्म की शरण विच हो गया। ते ब्रह्म की शरणाई विच सतगुर की शरणाई असीं कहने जो शब्द पढ़ने, सतगुर आयो शरण तुहारी, मिले सुख नाम हर सोभा चिंता लाए हमारी। उथे सतगुर की शरण विच ये नहीं भी किसी खास बिल्डिंग में सतगुर का प्रकाश ते उथे चले गए ते समझ लो गुरु की शरण विच हो गया। इयों सतगुर गुरबाणी सानू कहती है, जिन सतगुर पुरख ना सेवियो शब्द ना कीतो विचार, जिन्हें गुरु की विचार नहीं की, जिसने गुरु नूं समर्पण होके गुरु की मत नूं समझण दा यतन नहीं किया, सतगुर शब्द ना सेवियो सतगुर नो लागो ना लागो भाओ, उसनो सुख ना उपजै भावें 100 गेड़ा आओ जाओ। सतगुर की गुरबाणी कहती है, जिदन तू सतगुर की गुरबाणी कहती सतगुर की प्रतीत ना आईया, खिमा करया जे, सतगुर की प्रतीत ना आईया शब्द ना लागो भाओ, उसनो सुख ना उपजै भावें 100 गेड़ा आओ जाओ। ओ बंदा भावें 100 बार आवे दिहाड़ी विच 100 बार चला जावे, किते भी चला जाए, ओ गुरु की शरण विच हजे नहीं है। जिदन ओनू गुरु ते प्रतीत नहीं आई ते ओदा शब्द दी विचार नाल प्यार नहीं पिया, ओने कदी यतन नहीं कीता भी मैं सतगुर दा रुमाला चुक के शब्दां दी विचार कर ला। सतगुर कह लगे मता सोच, तू एक बिल्डिंग विच जिहड़ा बनिया होया धार्मिक स्थान उत्थे ते आया मन्निया जा सकदा है, पर हजे तू गुरु की शरण विच नहीं अपने आप नूं समझी। गुरु की शरण विच उदन होएगा जिदन गुरु की गल, गुरु की मत, गुरु दे सिद्धांत, गुरु रजा अनुसार असीं अपना जीवन जिउण लग पांगे। जो गुर कहे सोई पल मानो हो जाएगा। उदन मेरा मन गुरु की शरण विच आया होया, समझो जिदन इन्हें अपनी मनमत करनी छड्डी है ते गुरमत नूं अपनाया है, गुरु नूं पहल दित्ती है। उदन कहांगे हाँ अज मैं गुरु की शरण गया हाँ, मैं गुरु के शब्द नूं कमाया है। जिस दिन असीं गुरु की एक भी गल ते पैरा दिता ना, उस दिन असीं बड़े मान नाल कह दे अपने आप नूं अज मैं गुरु की शरण गया हाँ। भावें मैं घर ही बैठा, भावें मैं ऑफिस च बैठा, भावें मैं किते भी बैठा, पर जे मैं दफ्तर बैठ के, घर बैठ के, अपने कारोबार थां ते बैठ के भी
गुरु दे उपदेश नूं समर्पण होके लोकां नाल डील कर रहा ना, ते समझ लो मेरा मन हजे गुरु दी शरण विच रह रहा है। तो सतगुर कहने लगे ये जुगती सी, गुरु दी शरण विच आउण दे नाल मन नूं तत्तियां हवावां अवगुणां दे भैड़ लगने बंद हो गए। फिर की कहंदा है, इस गल का एक होर एहसास हो गया, चौगिरद हमारे रामकार। मन कहंदा दुख लगे ना भाई। देखो असी ना बहुती वारी, कई बार साडियां अरदासां होंदियां ने, भाई साहब अरदास करियो देह रोगता वास्ते, बड़े चिरां तो बीमार है गए, देह रोगता नहीं मिलती, तन की देह रोगता पीड़ हुंदी है, चालीए कटदे आ, जल भर भर के लैके आके नहाने आ पीने आ, असी तन की देह रोगता ते मंगदे आ। पर कदी सतगुर कोल आके गुरु नूं कहीए, सतगुर जी मेरे मन नूं भी बड़े रोग लगे हुए ने, मेरे मन की देह रोगता, मेरी सुरत नूं ताप चढ़िया पे सतगुर, ਉਹ ਤਾਪ ਦੇ ਕਰਕੇ मैं इन्ना को अरोग हो गया। देखो जो बंदा बहुता ज्यादा बीमार होवे ना, ये घरों तुर नहीं जे सकता, इनू दो दो बंदे फड़ के किते वाशरूम ही लेके जाना पर मैनूं सहारे की लोड़ पैंदी है। ते असीं कहिए भी बंदा बहुत बीमार है, गुरुद्वारे नहीं आ सकता चल के, ਇਹਦਾ मतलब समझ लईए आपां, जे मेरा मन गुरु की शरण विच नहीं ना जा रहा, ਇਹਦਾ मतलब ये बहुत बीमार होया पिया, बहुत ज्यादा इनू ताप चढ़िया पिया। तां ओह सारे अवगुणां दी लिस्ट जिहड़ी हैगी है, भगत साहिबान गुरु साहिबान सानू गुरबाणी च कहंदे ने, सतगुरु काम क्रोध और लोभ मोह बिनस जाए अहंग मेव, किते इन्हां दा ताप घट जाए, मैनू देह रोगता मिल जाए। नाथ कछु ना जानो मन माया के हाथ बिकानो। जड़ा मन गुरु दे अगे वेचना सी ना, मन बेचे सतगुर के पास तिस सेवक के कारज रास होना सी, ओ इन्नी को गल हो गई, ओ मन अवगुणा दे हट्टी विक गया। ओ किथे विक गया? नाथ कछु ना जानो मन माया के हाथ बिकानो। हुण ओ मन जदों अवगुणा दी हट्टी ते विकिया, इनू अवगुणा दा ताप चढ़ गया। तां सतगुर कह रहे ने हुण नहीं चढ़दा, एक अरदास अपनी सुरत लई करया करिए, चौगिरद हमारे रामकार। बड़े मान नाल मन कहंदा है, जिद्दां एक साथी जो पढ़ते हैं भी उन्होंने सीता दे चार सपेरे एक लक्ष्मण रेखा कट दी गई, तो इस गल का प्रतीक सी भी जिन्ना चिर रेखा विच रहेगी उन्ना चिर कोई रावण नहीं चुक सकता। गुरमत एक असी प्रतीक वजों लेना वा। मन कहंदा है हुण मेरे चौगिरद दा अर्थ हुंदा चारे पासियों घिरिया होया, चौगिरद चारे पासियों घिरिया होया, कोई भी इन्नी को थां नहीं है भी कोई विच एंट्री कर जाए। चारे पासियों गुरमत नाल घिरिया होया है, हर एक भाव, हर एक ख्याल, हर एक सोच, हर एक विचार विच गुरमत है। चौगिरद हो गया, इहदे पासों चारे पासों घिरिया पिया। जदों हर एक ख्याल दे नाल गुरमत नाल जुड़िया ना, हमारे भाव मेरा मन कहंदा मेरे साडे चारे पासे, वो चार पासे मन दे किहड़े ने? चार पासे मन दे ज्ञान इंद्रे ते मन दे कर्म इंद्रे, जिन्हां दे कारण मन बाहर भटकदा है। एक भी इंद्रा ऐसा नहीं खाली बचा जिहड़ा इंद्रा राम नाम तो वांझा रह गया होवे। हुण जिहड़ा हर एक इंद्रा, हर एक ख्याल, हर एक विचार जे राम नाल, राम दे नाम नाल भरिया पिया, इहदा मतलब कोई भी अवगुण रूपी रावण, कोई भी विकार रूपी रावण, कोई भी मंदा ख्याल वो मेरी सुरत नूं चुक के नहीं लेके जाता, क्योंकि उहदा प्रवेश ही नहीं है, उन्हां वल्लों नो एंट्री हो गई है। असीं कहने ना गुर दिखलाई मोरी जित मिर्ग पड़त है चोरी। जरा चोरी चोरी विकार वड़ जांदे सन ना मेरी खेत विच ते गुणा दी खेती खा लैंदे हन। हुण गुरु दी ऐसी एक वाड़ कर दित्ती है, गुरु ने चारे पासियों चौगिरद हमारे। मन कहंदा मेरे चारे पासे भाव हर एक ख्याल नाल, हर एक रोम दे विच रामकार रब्बी मर्यादा सच दी वाड़ ला दित्ती है। हुण दुख लगे ना भाई, हुण मन देह रोगता मानदा पिया, इनू कोई भी अवगुण, कोई भी ऐसा ख्याल जिहड़ा इनू पीड़ित करदा सी, तपाउंदा सी, वो हुण इनू नहीं वापरदा। दुख लगे ना भाई, पर यह तां सीगा जदों सतगुर पूरा भेटिया सी, जिदन मैं गुरु दी विवेक मत नूं प्राप्त कर लिया सी, उदन मेरे दुआले एक ऐसी, हुण अगे वेखो कहंदे कि राख लिए रखिया कीती मेरे मन नूं, मेरे अंदर नूं, मेरे फुरनियां नूं भैड़े ख्यालां तो गुरु ने बचा लिया।
तिन रखणहार सब ब्याद मिटाई। जड़े मेरे मानसिक रोग ने, जड़े मेरे अंदर दे संताप ने, जड़े मेरे अंदर दे भैड़ ने, वो सारे खत्म कर दिते, राख लिए, रखिया करके मैनू रोक लिया, बचा लिया अवगुणा तो। तिन उसने, किसने? रखणहार। रखणहार ने, रखणहार का मतलब जड़ी गुरु की विचारधारा, रखिया करने वाला, सच दे ज्ञान वाली मत, जड़ी हमेशा ही रखिया करने वाली है मेरे सुरत दी। जिदन ओनू कोई समर्पण हो जाता है, फिर वो मुड़ के उसनू कोई भी अवगुण का डर, कोई भी मंदे ख्यालों का ताप नहीं चढ़ता। सब ब्याद मिटाई। आद उपाद ते ब्याद, तीन तरीकों के रोग मन्ने जाते हैं, आदि, ब्यादि ते उपाधि। ये मानसिक रोग, शारीरिक रोग और कुदरती आपदावां जड़ियां ने, उन्हां ये तीन रोगों का जिक्र किया। आदि जड़े मेरे मानसिक ने, ब्याधि मेरे जड़े शारीरिक हैं, ते उपाधि जड़े प्रकृति नेचर नाल आउंदे ने। पर इत्थे असीं जिक्र करांगे आदि दा अर्थ है मन दे रोग हैं। ब्याधि जड़े ने, जड़े विचार मैं बाहरों सुन के मेरा मन कल्प जाता है, मेरा अंदर डोल जाता है, जड़ा मानसिक दुख है, जड़ा मैनूं किसी वालों कोई दोष लाया जाता है। उपाधि जड़ियां मेरियां निक्कियां निक्कियां झगड़ालू बिरतियां ने, जड़ी मेरी बिरती विच निक्के निक्के झगड़ालू ख्याल ने, मनो मचिंदड़ियां जड़ियां ने मेरियां, वो सतगुर कहने कि सब ब्याद मिटाई। मेरा ओ गुरु ने सारे रोग दूर कर दिते। असी कहने कृपा नहीं होंदी। असी अक्सर देखो गुरुद्वारा साहब आया करो, संगत कहती है जो गुरु साहब की कृपा होएगी असी आवांगे। बाणी पढ़िया करो, जो कृपा होगी बाणी पढ़ लग पांगे। गुरु ने आ कृपा लैण दा सानू तरीका दसिया है। मना तू भी कहेगा कि हाँ गुरु दी मैं कृपा नूं मान रहा। सतगुर सदा दयाल है भाई। गुरु ने तो कभी कहा ही नहीं भी खास, गुरमत नहीं मानती भी कोई खास दिन, खास संग्रांद, मस्या, पूर्णमाशी नूं गुरु बड़ा मेहरबान हुंदा है। इस दिन गुरुद्वारे जरूर जाया करो, इस दिन सारी कृपा तुसीं महीने दी लै सकदे हो। गुरु खास दिन, खास समय विच दया नहीं है। सतगुर सदा दयाल है भाई, दिन रात। गुरु ते हमेशा उड़ीक विच हैगा भी आ ते सही, तेनू कृपा नाल मैं झोलियां भरदे आ। दाते दात रखी हथ अपने, जिस भावै तिस देई। जिन्नू चंगा लगदा है, जड़ा कहंदा है गुरु मैं तेरी कृपा मानना चाहुंदा, जिस भावै जिन्नू चंगा लगदा है तिस देई, ओनू गुरु दे देंदा है। पर कोई भावे ते सही, कोई मंगते करे गुरु की कृपा लेना चाहुंदा। इत्थे सतगुरु ने आखिर विच क्या कहो नानक कृपा भई। हुण नानक दे समर्पण होके गुरु अर्जन देव पातशाह जी मन कह रहा है मेरे ते बहुत वड्डी कृपा हो गई। उस कृपा विचों की लग रहा पता? कृपा शुरुआत हुई सी पहला मन गुरु की बनाई हुई बनत विच रहन लग पिया सी। एक शब्द असीं बहुत प्रचलित पढ़ते हैं अक्सर, जदों किसी का नवां मकान बनता है ना, तो उदों कीर्तन होवे ते अक्सर जरूर आ शब्द पढ़वाउने आ, रागी साहबान खुद भी पढ़ते हैं। वो शब्द अक्सर शब्द पढ़िया जाता है, गुर के ग्रह सेवक जो रह, गुर की आज्ञा मन में सह। ਇਹਦੇ ਵਿੱਚ ਸਥਾਈ ਹੀ ਬਣਾਈ ਜਾਂਦੀ ਹੈ, ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਹੁਣ ਇਹਦੇ ਵਿੱਚ ਨਾ ਬੜੀ ਵੱਡੀ ਗੱਲ ਸੀਗੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਗੁਰ ਕੇ ਗ੍ਰਹਿ, ਇੱਥੇ ਵੀ ਇਹਦਾ ਅਰਥ ਹੀ ਹੈਗਾ, ਇਹ ਨਹੀਂ ਕਿ ਗੁਰੂ ਦੇ ਘਰ ਵਿੱਚ ਜਾ ਕੇ ਰਹਿਣ ਲੱਗ ਪੈਣਾ, ਗੁਰਦੁਆਰੇ ਜਾ ਕੇ ਰਹਿ ਲੱਗ ਪੈਣਾ। ਗੁਰੂ ਦਾ ਗ੍ਰਹਿ ਦਾ ਅਰਥ ਹੁੰਦਾ ਹੈ ਜਿੱਥੇ ਕੋਈ ਰਹਿੰਦਾ ਹੈ। ਘਰ, ਘਰ ਦਾ ਪ੍ਰਤੀਕ ਹੈ ਜਿੱਥੇ ਕੋਈ ਰਹਿ ਰਿਹਾ ਹੈ। ਤੇ ਜੇ ਹੁਣ ਗੱਲ ਕਰੀਏ ਵੀ ਗੁਰੂ ਕਿੱਥੇ ਰਹਿੰਦਾ, ਗੁਰੂ ਕਿਸੇ ਖਾਸ ਬਣਾਈ ਹੋਈ ਇੱਟਾਂ ਦੀ ਇਮਾਰਤ ਵਿੱਚ ਨਹੀਂ ਰਹਿੰਦਾ, ਬਲਕਿ ਗੁਰਬਾਣੀ ਨੇ ਤੇ ਕਹਿਤਾ ਵੀ ਭਲਿਓ ਵੇਖਿਓ ਕਿਸੇ ਬਿਲਡਿੰਗ ਨੂੰ ਨਾ ਹਰਮੰਦਰ ਸਮਝ ਲਿਆ ਜੇ, ਬਲਕਿ ਜੇ ਗੁਰੂ ਨੇ ਹਰਮੰਦਰ ਵਿੱਚ ਟਿਕਣਾ ਤੇ ਤੁਸੀਂ ਯਤਨ ਕਰਿਓ। ਹਰਮੰਦਰ ਇਹ ਸਰੀਰ ਹੈ, ਤੁਸੀਂ ਆਪਣੇ ਇਹ ਸਰੀਰ ਨੂੰ ਉਹੋ ਜਿਹਾ ਹਰਮੰਦਰ ਬਣਾਇਓ ਕਿ ਗੁਰੂ ਇੱਥੇ ਆ ਕੇ ਟਿਕ ਸਕੇ। ਤੇ ਜਿੱਦਣ ਗੁਰੂ ਹਿਰਦੇ ਵਿੱਚ ਵਸ ਗਿਆ ਨਾ, ਉਦਣ ਫਿਰ ਤੂੰ ਕਹੇਗਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ सो थान सुहावा राम राजे। हजे मेरा आ वाला थां जिहड़ा ये सुहावा नहीं होया, हजे मेरी सुरत वाला थां, मेरे मन वाला थां सुहावा नहीं होया। सा धरती पई हरियावली जिथे मेरा सतगुरु बैठा है, वो हजे इत्थे नहीं हरियावल आई, क्योंकि इत्थे गुरु बैठा ही नहीं है।
ਅਸੀਂ ਬਿਠਾਉਣ ਦਾ ਯਤਨ ਕੀਤਾ ਹੀ ਨਹੀਂ ਹੈ। ਜੇ ਗੁਰੂ ਬੈਠਦਾ ਤੇ ਇੱਥੇ ਜ਼ਰੂਰ ਬਹਾਰ ਆਉਣੀ ਸੀ, ਇੱਥੇ ਜ਼ਰੂਰ ਬਸੰਤ ਆਉਣਾ ਸੀ। ਤਾਂ ਤੇ ਗੁਰਬਾਣੀ ਨੇ ਕਿਹਾ ਤਪਦਾ ਤੇ ਮਣਾ ਤੂੰ ਤਾਈਏ, ਅਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨਾ ਜਿੰਨਾ ਪਾਸ। ਤਪਦਾ ਕਾਰਨ ਕੀ ਹੈ? ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰੂ ਦੀ ਮਰਿਆਦਾ ਜੀਵਨ ਵਿੱਚੋਂ ਵਿਸਰ ਗਈ। ਤਾਂ ਸਤਿਗੁਰੂ ਜੀ ਕਹਿ ਰਹੇ ਨੇ ਗੁਰ ਕੇ ਗ੍ਰਹਿ, ਗੁਰੂ ਦੀ ਬਣਾਈ ਹੋਈ ਮਰਿਆਦਾ। ਇੱਕ ਨਾ ਬੜੀ ਸੋਹਣੀ ਇਤਿਹਾਸਕ ਪੱਖ ਹੈਗਾ, ਜਦੋਂ ਅਨੰਦਪੁਰ ਸਾਹਿਬ ਦੀ ਕਿਲੇ ਨੂੰ ਛੱਡ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਾਹਰ ਆ ਗਏ ਸਨ ਤੇ ਭਾਈ ਦਇਆ ਸਿੰਘ ਪੰਜ ਪਿਆਰੇ ਨਾਲ ਸਨ। ਤੇ ਭਾਈ ਦਇਆ ਸਿੰਘ ਕਹਿੰਦੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਜਿਹੜਾ ਸਾਡੇ ਵੱਡੇ ਵਡੇਰਿਆਂ ਨੇ ਮੁੱਲ ਜ਼ਮੀਨ ਲੈ ਕੇ ਵਸਾਇਆ, ਅੱਜ ਉਹਨੂੰ ਛੱਡ ਚੱਲੇ ਆ, ਹੁਣ ਟਿਕਾਣੇ ਕਿੱਥੇ ਹੋਣਗੇ? ਗੁਰੂ ਗੋਬਿੰਦ ਸਿੰਘ ਨੇ ਬੜੇ ਮਾਣ ਨਾਲ ਗੱਲ ਕਹੀ ਸੀ, ਕਹਿੰਦੇ ਕਿ ਦਇਆ ਸਿੰਘ ਤੂੰ ਕਿਹੜੇ ਅਨੰਦਪੁਰ ਦੀ ਗੱਲ ਕਰਦਾ ਹੈ? ਇੱਟਾਂ ਦੀ ਬਣਾਈ ਹੋਈ ਇਮਾਰਤ ਕਿ ਤੂੰ ਕੀ ਸਮਝਦਾ ਵੀ ਗੁਰੂ ਉੱਥੇ ਟਿਕਿਆ ਰਹਿ ਸਕਦਾ ਹੈ? ਭਲਿਓ ਸਿੱਖਾਂ ਦਾ ਜੀਵਨ ਆਨੰਦਪੁਰ ਹੈ। ਮੈਂ ਸਿੱਖਾਂ ਦੇ ਜੀਵਨ ਨੂੰ ਉਹ ਆਨੰਦਪੁਰੀ ਬਣਾ ਦੇਣਾ ਚਾਹੁੰਦਾ ਜਿੱਦਣ ਸਿੱਖ ਨੇ ਯਤਨ ਕੀਤਾ ਕਿ ਆਪਣੀ ਸੁਰਤ ਕਰਕੇ, ਆਪਣੀ ਸੋਚ ਕਰਕੇ ਇਹ ਆਨੰਦਪੁਰ ਦਾ ਵਾਸੀ ਬਣਿਆ। ਗੁਰੂ ਨੇ ਇਹਦੀ ਸੋਚ ਵਿੱਚ ਆ ਕੇ ਟਿਕ ਜਾਣਾ ਹੈ। ਮੈਂ ਇਹਦੀ ਸੋਚ ਨੂੰ, ਇਹਦੀ ਸੁਰਤ ਨੂੰ, ਇਹਦੇ ਜੀਵਨ ਨੂੰ ਆਨੰਦਪੁਰੀ ਬਣਾਉਣਾ ਹੈ। ਤੇ ਜਿੱਦਣ ਜੀਵਨ ਆਨੰਦਪੁਰੀ ਬਣ ਗਿਆ ਸਮਝ ਲਓ ਗੁਰੂ ਵਿੱਚ ਆ ਕੇ ਟਿਕ ਗਿਆ। ਤੇ ਗੁਰੂ ਦੀ ਮਰਿਆਦਾ ਹੈ, ਗੁਰ ਕੇ ਗ੍ਰਹਿ ਹੈ, ਗੁਰੂ ਦੀ ਬਣਾਈ ਹੋਈ ਮਰਿਆਦਾ ਵਿੱਚ ਸੇਵਕ ਜੋ ਰਹੇ, ਮੇਰਾ ਮਨ ਸੇਵਕ ਹੋ ਕੇ ਜੇ ਰਹਿਣ ਲੱਗ ਪਿਆ, ਫਿਰ ਉਸ ਘਰ ਵਿੱਚ ਜਿੱਥੇ ਜਾ ਕੇ ਰਹੀਏ ਨਾ, ਉੱਥੇ ਉਹਦੀ ਹੀ ਮਰਿਆਦਾ ਅਪਣਾਉਣੀ ਪੈਂਦੀ ਹੈ। ਉੱਥੇ ਜਾ ਕੇ ਫਿਰ ਸਾਡੀਆਂ ਮਰਜ਼ੀਆਂ ਨਹੀਂ ਚੱਲਦੀਆਂ। ਬਸ ਇੰਨਾ ਕੁ ਫਰਕ ਪੈ ਰਿਹਾ। ਅੱਜ ਸਿੱਖ ਗੁਰਬਾਣੀ ਪੜ੍ਹ ਰਿਹਾ, ਗੁਰਦੁਆਰੇ ਤੇ ਜ਼ਰੂਰ ਜਾ ਰਿਹਾ, ਪਰ ਗੁਰੂ ਇੱਕ ਗੱਲ ਕਹਿੰਦਾ, ਮਨ ਕੀ ਮਤ ਤਿਆਗੋ ਹਰਜਨ। ਜੇ ਹਰੀ ਦਾ ਜਨ ਬਣਨਾ ਚਾਹੁੰਦਾ ਤੇ ਮਨ ਕੀ ਮਤ ਤਿਆਗ ਦੇ। ਪਰ ਸਤਿਗੁਰ ਅੱਗੇ ਕਹਿੰਦੇ ਇਹ ਬਾਤ ਕਠੈਨੀ, ਆ ਬੜਾ ਔਖਾ ਕੰਮ ਹੈ। ਅਸੀਂ ਬੜਾ ਕੁਝ ਸੌਖਾ ਕਰ ਜੰਨੇ ਆ ਧਾਰਮਿਕ ਸਮਾਗਮਾਂ ਦੇ ਵਿੱਚ ਗੁਰਪੁਰਬ ਤੇ, ਪਰ ਜੋ ਗੁਰੂ ਸਾਨੂੰ ਕਰਨ ਨੂੰ ਕਹਿ ਰਿਹਾ, ਜਿੱਦਣ ਵਾਕਈ ਗੁਰਪੁਰਬ ਮਨਾ ਲਵਾਂਗੇ, ਗੁਰੂ ਨਾਨਕ ਦਾ ਪ੍ਰਕਾਸ਼ ਜਿੱਦਣ ਹੋਏਗਾ, ਉਦਣ ਮਨ ਕੀ ਮਤ ਨੂੰ ਤਿਆਗਣਾ ਪਏਗਾ। ਇੱਥੇ ਵੀ ਗੁਰੂ ਨੇ ਕਿਹਾ ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੀ ਆਗਿਆ ਨੂੰ ਸਹਿਣਾ ਪੈਣਾ ਵਾ। ਗੁਰੂ ਦੀ ਜਿਨ ਬਣਤ ਬਣਾਈ ਉਸ ਬਣਤ ਵਿੱਚ ਮੇਰੇ ਮਨ ਨੇ ਰਹਿਣਾ ਪੈਣਾ। ਇਹਦੀ ਆਪਣੀਆਂ ਦਲੀਲਾਂ, ਆਪਣੇ ਆਰਗੂਮੈਂਟ ਇਹਦੇ ਸਾਰੇ ਖਤਮ ਹੋ ਜਾਂਦੇ ਨੇ। ਉਦੋਂ ਹੀ ਗੁਰੂ ਨੇ ਕਹਿਤਾ ਆਜ ਮਿਲਾਵਾ, ਜਿਸ ਨੂੰ ਅਸੀਂ ਕਹਿੰਦੇ ਅਬ ਕੀ ਬਾਰ। ਇਹ ਜਿਹੜੇ ਸ਼ਬਦ ਨੇ ਨਾ, ਅਸੀਂ ਅਕਸਰ ਅੰਤਿਮ ਅਰਦਾਸ ਵਿੱਚ ਪੜ੍ਹ ਦਿੰਦੇ ਹਾਂ ਵੀ ਲੋ ਸਾਰੀ ਸੰਗਤ ਇਹ ਗੱਲ ਕਹਿ ਰਹੀ ਹੈ ਕਿ ਜਿਹੜਾ ਬੰਦਾ ਚਲਾਣਾ ਕਰ ਗਿਆ ਨਾ, ਮਾਲਕ ਜੀ ਇਹਦੇ ਲਈ ਸਾਡੀ ਅਰਦਾਸ ਹੈ ਅਬ ਕੀ ਬਾਰ, ਇਹਨੂੰ ਹੁਣ ਬਖਸ਼ ਲੈ ਤੇ ਮੁੜ ਕੇ ਜਿਹੜਾ ਚਲਾਣਾ ਕਰ ਗਿਆ ਇਹ ਦੁਬਾਰਾ ਫੇਰਾ ਨਾ ਪਾ ਜਾਏ ਦੁਨੀਆ ਤੇ। ਜਿਹੜਾ ਗੁਰੂ ਕਹਿੰਦਾ ਹੋਵੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ, ਤੇ ਜਿਹੜਾ ਸੱਚ ਦੁਨੀਆ, ਜਿਸ ਦੁਨੀਆ ਨੂੰ, ਜਿਸ ਕੋਠੜੀ ਨੂੰ ਰੱਬ ਨੇ ਸਿਰਜਿਆ, ਉਥੇ ਰੱਬ ਨੇ ਆਪ ਹੀ ਭੇਜਿਆ, ਤੇ ਕਿਹਦਾ ਜੀ ਨਹੀਂ ਕਰੇਗਾ ਮੈਂ ਰੱਬ ਦੇ ਘਰ ਵਿੱਚ ਵਾਪਸ ਨਾ ਜਾਵਾਂ। ਪਰ ਇਹ ਸ਼ਬਦ ਸਾਨੂੰ ਸਮਝਣੇ ਬਹੁਤ ਲਾਜ਼ਮੀ ਹਨ। ਅਸੀਂ ਕਹਿੰਦੇ ਹਾਂ ਬਾਬਾ ਬੋਲਤੇ ਤੇ ਕਹਾਂ ਗਏ, ਕਿੱਥੇ ਚਲਾ ਗਿਆ ਜਿਹੜਾ ਸਾਡੇ ਘਰ ਬੈਠਦਾ ਸੀ? ਇੱਥੇ ਸਤਿਗੁਰੂ ਉਹ ਸਾਨੂੰ ਇੱਕ ਬੜਾ ਸੋਹਣਾ ਸੁਨੇਹਾ ਦੇ ਰਹੇ ਨੇ, ਗੁਰ ਕੀ ਆਗਿਆ ਮਨ ਮੈਂ ਸੇ। ਮਨ ਦੀ ਫਿਰ ਮਨ ਦੀ ਆਗਿਆ ਖਤਮ ਹੋ ਜਾਂਦੀ ਹੈ, ਮਨ ਦਾ ਹੁਕਮ ਨਹੀਂ ਚੱਲਦਾ, ਉੱਥੇ ਗੁਰਮਤਿ ਦਾ ਹੁਕਮ ਚੱਲਦਾ। ਤਾਂ ਇੱਥੇ ਫਿਰ ਮਨ ਕਹਿੰਦਾ ਕਹੋ ਨਾਨਕ ਕਿਰਪਾ ਭਈ, ਹੁਣ ਮੇਰੇ ਤੇ ਕਿਰਪਾ ਹੋ ਗਈ ਹੈ, ਮੈਂ ਕਿਰਪਾ ਨੂੰ ਮਾਣ ਰਿਹਾ, ਮੇਰਾ ਮਨ ਵਿਗਾਸ ਵਿੱਚ ਹੈਗਾ, ਮੇਰਾ ਮਨ ਗੁਰੂ ਦੀ ਉਸ ਮਿਹਰ ਨੂੰ, ਮਿਹਰ ਦਾ ਮੀਂਹ ਹਮੇਸ਼ਾ ਇਹਦੇ ਤੇ ਪੈ ਰਿਹਾ। ਉਹ ਕੀ ਹੈ? ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਹੁਣ ਮਨ ਅਸੀਂ ਕਹਿੰਦੇ ਆ ਵੀ ਗੁਰੂ ਰੱਖਿਆ ਕਰੇ, ਗੁਰੂ ਅੰਗ ਸਗ ਸਹਾਈ ਹੋਵੇ, ਇਹੋ ਹੀ ਸਹਾਈ ਹੋਣਾ ਹੈ। ਗੁਰੂ ਖਿਆਲਾਂ ਕਰਕੇ, ਵਿਚਾਰਾਂ ਕਰਕੇ, ਚੰਗੇ ਫੁਰਨਿਆਂ ਦੇ ਕਾਰਨ ਮਨ ਹਮੇਸ਼ਾ ਗੁਰੂ ਨੂੰ ਸਮਰਪਣ ਹੋ ਕੇ ਜਿਉਂਦਾ ਹੈ, ਤੇ ਹਰ ਇੱਕ ਖਿਆਲ ਦੇ ਪਿੱਛੇ ਗੁਰੂ ਦੀ ਮੱਤ ਕੰਮ ਕਰਦੀ ਹੈ, ਗੁਰੂ ਦੀ ਵਡਿਆਈ ਕੰਮ ਕਰਦੀ ਹੈ। ਇਹਨੂੰ ਇਉਂ ਲੱਗਦਾ ਹੈ, ਮਨ ਫਿਰ ਕਹਿਣ ਲੱਗ ਪੈਂਦਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ, ਕਿਉਂਕਿ ਮਨ ਸਤਿਗੁਰ ਪੂਰਾ ਭੇਟਿਆ ਹੋ ਚੁੱਕਾ ਹੈ। ਉਸ ਭੇਟਿਆ ਦੇ ਵਿੱਚੋਂ, ਗੁਰੂ ਵਿਵੇਕ ਮੱਤ ਦੇ ਵਿੱਚੋਂ ਇਹਨੇ ਆਪਣੀ ਬਣਤ ਬਣਾ ਲਈ ਹੈ, ਔਰ ਉਸ ਬਣਤ ਵਿੱਚੋਂ ਇਹਨੂੰ ਮਿਲਿਆ ਕੀ ਹੈ? ਰਾਮ ਨਾਮ ਔਖਦ ਮਿਲਿਆ ਹੈ। ਔਰ ਇਹਦੀ ਸੁਰਤ ਖਿੰਡੀ ਹੋਈ, ਮੇਰੀ ਸੁਰਤ ਜਿਹੜੀ ਖਿੰਡੀ ਸੀ, ਏਕਾ ਲਿਵਲਾਈ ਹੋ ਗਿਆ, ਇਹ ਨਿਜ ਘਰ ਵਿੱਚ ਆ ਗਿਆ। ਹੁਣ ਇਹਨੂੰ ਕੋਈ ਤੱਤੀਆਂ ਹਵਾਵਾਂ ਨਹੀਂ ਲੱਗਦੀਆਂ। ਤੇ ਫਿਰ ਜਿਹੜੀ ਅਸੀਸ ਗੁਰੂ ਨੇ ਵੀ ਦਿੱਤੀ ਹੈ ਨਾ, ਜਿਹੜੀ ਅਸੀਸ ਅਸੀਂ ਵੀ ਆਪਣੇ ਮਨ ਨੂੰ ਦਈਏ, ਇਸੇ ਕਰਕੇ ਗੁਰੂ ਨੇ ਅਸੀਸ ਦਿੱਤੀ ਸੀ, ਪੂਤਾ
ਮਾਤਾ ਕੀ ਅਸੀਸ, ਮਨਾ ਤੈਨੂੰ ਗੁਰੂ ਦੀ ਅਸੀਸ ਹੈਗੀ ਹੈ, ਚੰਗੀ ਗੁਰੂ ਦੀ ਮੱਤ ਅਸੀਸ ਦੇ ਰਹੀ ਹੈ। ਉਹ ਕੀ ਸੀ, ਭਲਿਆ ਤੈਨੂੰ ਤੱਤੀ ਹਵਾ ਲੱਗਦੀ ਉਦੋਂ ਹੈ ਜਿੱਦਣ ਤੂੰ ਰੱਬੀ ਵਿਚਾਰਧਾਰਾ ਭੁੱਲ ਜਾਂਦਾ। ਇਸ ਕਰਕੇ ਗੁਰੂ ਦੀ ਹਮੇਸ਼ਾ ਸਾਨੂੰ ਇਹ ਅਸੀਸ ਹੈਗਾ ਗੁਰਮਤਿ ਦੀ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਹਰ ਹਰ ਰੱਬੀ ਗੁਣ, ਰੱਬੀ ਵਿਚਾਰਧਾਰਾ ਕਦੀ ਵੀ ਮੇਰੇ ਮਨ ਨੂੰ ਭੁੱਲਣ ਨਾ। ਤੇ ਜਿੱਦਣ ਮਨ ਹਰ ਵੇਲੇ ਹਰ ਪਲ ਰੱਬੀ ਵਿਚਾਰਧਾਰਾ ਜੁੜਿਆ ਰਹਿ ਗਿਆ ਨਾ, ਇਹ ਕਦੀ ਵੀ ਤੱਤੀਆਂ ਹਵਾਵਾਂ ਦਾ ਸ਼ਿਕਾਰ, ਭਾਵ ਮਨ ਦੇ ਖਿਆਲ, ਮਨ ਦੇ ਭੈੜਾਂ ਦਾ ਇਹ ਸ਼ਿਕਾਰ ਨਹੀਂ ਬਣੇਗਾ। ਤੇ ਹਰ ਵੇਲੇ ਗੁਰੂ ਦੀ ਸ਼ਰਨ ਵਿੱਚ ਰਹਿਣ ਦਾ ਯਤਨ ਕਰੇਗਾ। ਤੇ ਜਿੱਦਣ ਇਹਨੇ ਗੁਰੂ ਦੀ ਸ਼ਰਨ ਵਿੱਚ ਰਹਿਣ ਦਾ ਯਤਨ ਕਰ ਲਿਆ ਨਾ, ਇਹ ਫਿਰ ਆਪਣੀ ਰੱਖਿਆ ਦੇ ਲਈ ਕੋਈ, ਇੱਕ ਮੈਂ ਹੋਰ ਬੇਨਤੀ ਕਰਦਾ ਜਾਵਾਂ ਵੀ ਸਾਡੀ ਸ਼ਾਇਦ ਕਮਜ਼ੋਰੀ ਹੈ, ਅਸੀਂ ਕੁਝ ਚੋਣਵੇਂ ਸ਼ਬਦ ਕੱਢ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਅਸੀਂ ਉਹਦਾ ਨਾਮ ਦੁੱਖ ਭੰਜਨੀ ਰੱਖ ਦਿੱਤਾ। ਇਹ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ ਬਾਣੀ। ਪਰ ਖਿਆਲ ਕਰਿਓ, ਸਤਿਗੁਰ ਦੀ ਗੁਰਬਾਣੀ ਇੱਕ ਓਂਕਾਰ ਤੋਂ ਸ਼ੁਰੂ ਹੋ ਕੇ ਆਖਿਰ ਤੱਕ ਇੱਕੋ ਜਿਹਾ ਸੁਨੇਹਾ ਦਿੰਦੀ ਹੈ। ਜਪਜੀ ਸਾਹਿਬ ਵੀ ਸਾਡੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ਼ ਕਰਦੀ ਹੈ। ਆਨੰਦ ਸਾਹਿਬ ਦੀ ਬਾਣੀ ਵੀ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਉਹ ਵੀ ਬਾਣੀ ਸਾਡੀ ਦੂਰ ਕਰਦੀ ਹੈ। ਬਸ ਸਾਨੂੰ ਗੁਰਬਾਣੀ ਨੂੰ ਵਿਤਕਰਿਆਂ ਨਾਲ ਵੇਖਣਾ ਨਹੀਂ, ਪੰਡੀਆਂ ਪਾ ਕੇ ਵੇਖਣ ਦੀ ਲੋੜ ਨਹੀਂ, ਬਲਕਿ ਹਰ ਇੱਕ ਸ਼ਬਦ ਸਾਡੇ ਦੇਹ ਰੋਗਤਾ ਵਾਸਤੇ ਹੈ। ਜਿਸ ਸ਼ਬਦ ਦੀ ਵਿਚਾਰਧਾਰਾ ਵਿੱਚੋਂ ਮੇਰਾ ਮਨ ਦੇਹ ਰੋਗਤਾ ਮਾਣ ਸਕਦਾ ਹੈ, ਔਰ ਇਹ ਆਪਣੇ ਸਾਰੇ ਭੈੜ ਦੂਰ ਕਰਕੇ ਗੁਰੂ ਨੂੰ ਸਮਰਪਣ ਹੋ ਕੇ ਗੁਰੂ ਦੀ ਸ਼ਰਣਾਈ ਵਿੱਚ ਜਾ ਸਕਦਾ ਹੈ। ਰਾਹੋ ਦਾ ਬੰਦ ਸਾਨੂੰ ਸੁਨੇਹਾ ਦਿੰਦਾ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਜੇ ਹਜੇ ਮੈਂ ਕਲਪਿਆ ਪਿਆ, ਹਜੇ ਮੈਂ ਤਪ ਰਿਹਾ, ਮਤਲਬ ਮੈਂ ਗੁਰੂ ਦੀ ਸ਼ਰਨ ਵਿੱਚ ਹਜੇ ਨਹੀਂ ਗਿਆ। ਸਤਿਗੁਰ ਰਹਿਮਤ ਕਰੇ ਸਾਨੂੰ ਸਭਨਾਂ ਨੂੰ, ਕਹਿਣ ਸੁਣਨ ਵਾਲਿਆਂ ਨੂੰ, ਇਹ ਗੁਰੂ ਦੀ ਮੱਤ, ਗੁਰਮਤਿ ਦਾ ਪੱਲਾ ਫੜ ਕੇ ਜਿਉਣ ਦਾ ਬਲ ਬਖਸ਼ਿਸ਼ ਕਰੇ, ਤਾਂ ਕਿ ਅਸੀਂ ਗੁਰਸਿੱਖ ਮੀਤ ਚਲੋ ਗੁਰ ਚਾਲੀ ਹੋ ਕੇ ਆਪਣਾ ਜੀਵਨ ਬਤੀਤ ਕਰ ਸਕੀਏ। ਤੇ ਜਦੋਂ ਸਾਡੇ ਕਾਰਜ ਹੁੰਦੇ ਨੇ, ਉਦੋਂ ਸਾਡੀਆਂ ਅਰਦਾਸਾਂ ਹੁੰਦੀਆਂ ਨੇ, ਸਤਿਗੁਰ ਸੇਵਕਾਂ ਦੇ ਕਾਰਜਾਂ ਦੇ ਦੌਰਾਨ ਹਰ ਪ੍ਰਕਾਰ ਨਾਲ ਅੰਗ ਸੰਗ ਸਹਾਈ ਹੋਣਾ, ਔਰ ਇਹ ਕਾਰਜ ਆਪ ਵਿੱਚ ਵਰਤ ਕੇ ਨਿਰਵਿਘਨਤਾ ਸਹਿ ਸੰਪੂਰਨ ਕਰਵਾ ਲੈਣੇ। ਉਦੋਂ ਬਰੀਕ ਜਾਂ ਨੁਕਤਾ ਸਮਝਣ ਵਾਲਾ ਹੁੰਦਾ ਹੈ ਵੀ ਜਿਸ ਸੇਵਕ ਦੇ ਕਾਰਜ ਨੇ ਉਹ ਸਮਝੇ ਕਿ ਗੁਰੂ ਨੇ ਮੇਰੇ ਕਾਰਜਾਂ ਵਿੱਚ ਕਿਵੇਂ ਆ ਕੇ ਵਰਤਣਾ ਹੈ, ਤੇ ਗੁਰੂ ਨੇ ਜੇ ਕਿਸੇ ਆਪਣੇ ਸਿੱਖ ਦੇ ਕਾਰਜ ਵਿੱਚ ਵਰਤਣਾ ਹੈ, ਉਹ ਸਿਧਾਂਤ ਕਰਕੇ, ਗੁਰਮਤ ਕਰਕੇ, ਸੱਚ ਦੀ ਵਿਚਾਰਧਾਰਾ ਕਰਕੇ ਵਰਤਣਾ ਹੈ। ਜੇ ਸੇਵਕ ਦੇ ਕਾਰਜਾਂ ਵਿੱਚ ਗੁਰਮਤ ਹੈ ਤੇ ਸਮਝ ਲਓ ਗੁਰੂ ਉਹਨਾਂ ਕਾਰਜਾਂ ਵਿੱਚ ਵਰਤਦਾ ਪਿਆ। ਤੇ ਜਿਹੜੇ ਕਾਰਜਾਂ ਵਿੱਚ ਗੁਰਮਤ ਆ ਜਾਏ ਉਹ ਕਾਰਜ ਕਦੀ ਨਹੀਂ ਵਿਗੜਦੇ। ਅੱਜ ਜਿਹੜੇ ਆਨੰਦ ਕਾਰਜ ਤਾਂ ਵਿਗੜਦੇ ਪਏ ਨੇ ਕਿਉਂਕਿ ਉਹਨਾਂ ਵਿੱਚ ਪਹਿਲਾਂ ਅਰਦਾਸ ਤੇ ਕਰ ਦਿੱਤੀ ਜਾਂਦੀ ਹੈ, ਪਾਠ ਰਖਵਾਇਆ ਜਾਂਦਾ ਵੀ ਗੁਰੂ ਅੰਗ ਸੰਗ ਸਹਾਈ ਹੋਈ। ਜਦੋਂ ਕਾਰਜ ਦਾ ਟਾਈਮ ਆਉਂਦਾ ਹੈ ਉਦੋਂ ਗੁਰਮਤ ਕਿਤੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦੀ, ਉਦੋਂ ਗੁਰੂ ਤੋਂ ਸਾਡੀਆਂ ਬਹੁਤ ਦੂਰੀਆਂ ਬਣ ਜਾਂਦੀਆਂ ਨੇ। ਇਸੇ ਕਰਕੇ ਫਿਰ ਅਸੀਂ ਤਪਦੇ ਹਾਂ, ਕਿਉਂਕਿ ਗੁਰੂ ਦੀ ਬਣਾਈ ਹੋਈ ਬਣਤ ਵਿੱਚ ਸਾਡੇ ਉਹ ਕਾਰਜ ਨਹੀਂ ਹੁੰਦੇ। ਤੇ ਜਿੱਦਣ ਗੁਰੂ ਦੀ ਬਣਾਈ ਹੋਈ ਬਣਤ ਵਿੱਚ ਕਾਰਜ ਹੋਣਗੇ ਨਾ, ਸਾਡੇ ਉਹ ਕਾਰਜ ਵੀ ਵਾਕਈ ਜ਼ਿੰਦਗੀ ਸਾਡੀ ਆਨੰਦ ਕਾਰਜ ਦਾ ਹਿੱਸਾ ਬਣ ਜਾਏਗੀ। ਜ਼ਿੰਦਗੀ ਦਾ ਹਰ ਕਾਰਜ ਸਾਡਾ ਆਨੰਦਮਈ ਕਾਰਜ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी गुरमुख, सवाल है मेरे 3 सवाल है जी जी। एक तो ब्याद नो सिहारी क्यों है, सब ब्याद मिटाई, ब्याद नो सिहारी क्यों है, ये समझाओ। हाँ जी, ब्याद एक रोग है वा जिसनों असी मेरा मानसिक रोग, मेरी मन की सोच, मेरे अंदर दे जड़े भैड़ ने, मेरी जड़ी बुरी सोच हैगी है, वो सब ब्याद जड़ी हैगी है, वो बुरी आदतां जड़ियां ने ना वो खत्म हो गई। ते ब्याद नूं असीं जदों इस तरीके दे नाल मन दी सोच वल्लों लांगे, इहनूं असीं जड़ा फैमिनिन वजों असीं वरतांगे ते ओहदे विच फिर ये तद्दे नूं सिहारी दे नाल ये शब्द गुरबाणी दे विच आएगा। दूजा सवाल मेरा हैगा है, चौगिर्द हमारे रामकार। मैं ते चलो थोड़ी समझ आ गई, कार स्त्री लिंग है इस वास्ते इन्हू औंकड़ नहीं, पर जे तुसी दूजियां नूं भी समझा दिओ भी कार नूं औंकड़ क्यों नहीं। हाँ जी बिल्कुल।
ठीक है जी। रामकार राम दे अगर ਅਸੀਂ ਕਹਾਂਗੇ ਵੀ ਰਾਮ ਆਪਣਾ ਮਸਕੂਲਰ ਨਾउन ਹੈਗਾ ਔਰ ਇੱਕ ਵਚਨ ਹੈ ਤੇ ਇਹਦੇ ਮਾਂ ਨੂੰ ਔਂਕੜ ਹੋਣਾ ਚਾਹੀਦਾ ਸੀ। ਮੈਨੂੰ ਇੱਕ ਗੱਲ ਯਾਦ ਹੈ, ਭੈਣ ਮਨਦੀਪ ਕੌਰ ਜੀ ਨੇ ਥੋੜੇ ਦਿਨ ਪਹਿਲਾਂ ਹੀ ਜ਼ਿਕਰ ਕੀਤਾ ਸੀਗਾ ਲੁਪਤ ਸੰਬੰਧਕ। ਇੱਕ ਨਾ ਗੁਰਬਾਣੀ ਵਿੱਚ ਵਰਤਨ ਇੱਕ ਹੁੰਦਾ ਸਾਹਮਣੇ ਲੁੱਟਿਆ ਜਾਣਾ, ਇੱਕ ਹੁੰਦਾ ਠੱਗਿਆ ਜਾਣਾ। ਪਤਾ ਨਹੀਂ ਲੱਗਦਾ ਬੰਦਾ ਕਿਹੜੇ ਵੇਲੇ ਠੱਗ ਕੇ ਲੈ ਗਿਆ। ਮੇਰੀ ਜੇਬ ਦੇ ਨਾਲ ਹੁਣ ਇੱਕ ਤੇ ਬੰਦਾ ਉਹ ਹੈਗਾ ਜਿਹੜਾ ਮੇਰੇ ਨਾਲ ਤੁਰਦਾ ਪਿਆ, ਅਗਰ ਮੇਰੀ ਜੇਬ ਚੋਂ ਕੁਝ ਪੈਸੇ ਨਿਕਲੇ ਨੇ ਤੇ ਮੈਂ ਹਮੇਸ਼ਾ ਪਹਿਲਾਂ ਉਹਨੂੰ ਪੁੱਛਾਂਗਾ ਕਿ ਮੇਰੀ ਜੇਬ ਚ ਪਰਸ ਸੀਗਾ ਮੇਰਾ, ਮੇਰੇ ਪੈਸੇ ਹਨ ਚੋਰੀ ਹੋ ਗਏ ਨੇ, ਕਿੱਥੇ ਚਲੇ ਗਏ? ਸਭ ਤੋਂ ਪਹਿਲਾਂ ਮੇਰਾ ਸ਼ੱਕ ਉਹਦੇ ਤੇ ਜਾਏਗਾ, ਮੈਂ ਉਹਨੂੰ ਸਵਾਲ ਕਰਾਂਗਾ। ਹੁਣ ਜੇ ਮੈਂ ਇਕੱਲਾ ਹੀ ਤੁਰਿਆ ਜਾ ਰਿਹਾ ਤੇ ਮੇਰੀ ਜੇਬ ਚ ਵੀ ਪੈਸੇ ਹੈ ਨਹੀਂ ਗੇ, ਇਹਦਾ ਮਤਲਬ ਕੋਈ ਐਸਾ ਸੀਗਾ ਗੁਪਤ ਸੀ ਜਿਹੜਾ ਮੇਰੀ ਜੇਬ ਚੋਂ ਪੈਸੇ ਕੱਢ ਕੇ ਲੈ ਗਿਆ ਤੇ ਮੈਨੂੰ ਪਤਾ ਵੀ ਨਹੀਂ ਲੱਗਾ, ਠੱਗਿਆ ਗਿਆ ਮੈਂ। ਹੁਣ ਇੱਥੇ ਲੁਪਤ ਸੰਬੰਧਕ ਹੁੰਦਾ ਹੈ ਉਹ ਜਦੋਂ ਗੁਰਬਾਣੀ ਤੁਸੀਂ ਸ਼ਬਦ ਵਰਤੋਗੇ ਨਾ, ਗੁਰੂ ਦਾ, ਗੁਰੂ ਨੇ, ਅਗਰ ਐਵੇਂ ਦਾ ਕੋਈ ਸੰਬੰਧਕ ਆ ਰਿਹਾ ਉਦੋਂ ਗੁਰੂ ਦੇ ਰਾਰੇ ਦੇ ਔਂਕੜ ਵੀ ਹਟ ਜਾਏਗੀ, ਰਾਮ ਦੇ ਜਿੱਦਾਂ ਰਾਮ ਦਾ ਨਾਮ ਆ ਜਾਏਗਾ ਤੇ ਮਾਂ ਦੀ ਔਂਕੜ ਹਟ ਜਾਏਗੀ। ਹੁਣ ਇੱਥੇ ਰਾਮਕਾਰ ਹੈ, ਉਹ ਰਾਮ ਦੀ ਕਾਰ ਦੱਦਾ ਜਿਹੜਾ ਇੱਕ ਲੁਪਤ ਸੰਬੰਧਕ ਹੋਣ ਦੇ ਕਰਕੇ ਜਿਹੜਾ ਰਾਮ ਦਾ ਮਾਂ ਹੈ ਉਹ ਵੀ ਮੁਕਤਾ ਹੈ ਤੇ ਕਾਰ ਜਿਵੇਂ ਹੁਣੀ ਭਾਈ ਸਾਹਿਬ ਜੀ ਨੇ ਦੱਸਿਆ ਹੀ ਹੈ ਕਿ ਇਸਤਰੀ ਲਿੰਗ ਦੇ ਰੂਪ ਵਿੱਚ ਆਇਆ ਹੋਇਆ ਹੈ। ਇੱਕ ਮਰਿਆਦਾ, ਇੱਕ ਬਣਤ, ਵਿਉਂਤਬੰਦੀ, ਇੱਕ ਵਿਧੀ, ਇੱਕ ਜਿਹੜੀ ਜੁਗਤ ਹੈਗੀ ਹੈ, ਉਹਦੇ ਕਾਰਨ ਇਹ ਕਾਰ ਦੀ ਕੋਈ ਵੀ ਮਾਤਰਾ ਇਹਦੇ ਤੇ ਨਹੀਂ ਆਈ ਹੈ। ਇਹ ਇਸਤਰੀ ਲਿੰਗ ਦੇ ਰੂਪ ਵਿੱਚ ਹੋਣ ਦੇ ਕਾਰਨ ਇਹ ਸਿਹਾਰੀ ਔਰ ਔਂਕੜ ਤੋਂ ਮੁਕਤ ਹੈਗਾ। ਤੀਜਾ ਔਰ ਲਾਸਟ ਸਵਾਲ ਮੇਰਾ ਇਹ ਹੈਗਾ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਜੀ ਹੁਣ ਬਣਤ ਗੁਰਬਾਣੀ ਚ ਜਾਂ ਵਰਤਣ ਵਿੱਚ ਡਿਫਰੈਂਟ ਤਰੀਕੇ ਨਾਲ ਆਉਂਦਾ ਵੀ ਬਣਤ ਜਿਹੜੀ ਕਿਸੇ ਚੀਜ਼ ਨੂੰ ਬਣਾਇਆ ਜਾਂ ਜਗਤ ਨੂੰ ਬਣਾਇਆ ਜਾਂ ਕੁਦਰਤ ਬਣਾਈ, ਪਰ ਇੱਥੇ ਬਣਤ ਦਾ ਅਰਥ ਹੈਗਾ ਵੀ ਵਿਉਂਤ, ਜਿਸ ਤਰ੍ਹਾਂ ਤੁਸੀਂ ਸਮਝਾਇਆ ਸੀ ਪਹਿਲੇ ਜੀ। ਇਸ ਵਾਸਤੇ ਬਣਤ ਦਾ ਤੱਤਾ ਮੁਕਤਾ ਹੈ, ਇਹਨੂੰ ਵੀ ਜਰਾ ਕਲੀਅਰ ਕਰ ਦਿਓ ਤੇ ਮੇਰੇ ਵਾਸਤੇ ਅੱਛਾ ਰਹੇਗਾ। ਹਾਂਜੀ, ਬਣਤ ਅਸੀਂ ਇਹਨੂੰ ਭਾਈ ਇਸਤਰੀ ਲਿੰਗ ਦੇ ਰੂਪ ਵਿੱਚ ਅਗਰ ਦੇਖੀਏ ਤੇ ਬੜਾ ਸੌਖਾ ਜਿਹਾ ਸਪਸ਼ਟ ਹੋ ਜਾਂਦਾ ਵਾ ਵੀ ਗੁਰੂ ਦੀ ਮਰਿਆਦਾ, ਬਣਤ ਬਣਾਉਣ ਦੀ ਤਕਨੀਕ ਜਿਹੜੀ ਮੇਰੀ ਜੀਵਨ ਦੀ ਜੁਗਤ ਬਣਾਈ ਹੈ, ਇੱਕ ਗੁਰੂ ਨੇ ਐਸੀ ਇੱਕ ਢੰਗ ਬਣਾ ਦਿੱਤਾ, ਇੱਕ ਐਸਾ ਆਪਾਂ ਸ਼ਬਦ ਵਰਤ ਸਕਦੇ ਹਾਂ ਉਹਦੇ ਵਾਸਤੇ ਕਈ ਕਿ ਇੱਕ ਨਿਯਮਾਂ ਵਾਲੀ ਬਣਾ ਦਿੱਤੀ ਹੈ। ਬਣਾਈ ਦੇਖੋ, ਬਣਤ ਵੀ ਹੈਗਾ ਤੇ ਬਣਾਈ ਵੀ ਹੈਗਾ। ਬਣਾਈ ਦਾ ਮਤਲਬ ਹੈ ਉਸਾਰੀ ਹੈਗੀ ਹੈ ਤੇ ਬਣ ਦਾ ਅਰਥ ਹੈ ਇੱਕ ਨਿਯਮਾਂ ਵਾਲੀ ਐਸੀ ਬਣਾਈ ਹੈਗੀ ਹੈ, ਇੱਕ ਐਸੀ ਮਰਿਆਦਾ ਬਣਾਈ ਹੈ। ਤੇ ਬਣ ਦਾ ਇੱਥੇ ਅਸੀਂ ਲਾਂਗੇ ਗੁਰੂ ਦੀ ਮਰਿਆਦਾ। ਜਦੋਂ ਗੁਰੂ ਦੀ ਮਰਿਆਦਾ ਬਣਾਈ, ਗੁਰੂ ਨੇ ਆਪ ਬਣਾਈ ਹੈਗੀ ਹੈ, ਉਹਦੇ ਵਿੱਚ ਮੇਰਾ ਮਨ ਰਹਿਣ ਲੱਗ ਪਿਆ, ਇਹ ਤੱਤੀਆਂ ਹਵਾਵਾਂ ਤੋਂ ਬਚ ਗਿਆ ਹੈ। ਬਣਤ ਸ਼ਬਦ ਅਲੱਗ ਹੈ, ਬਣਾਈ ਅਲੱਗ ਹੈ। ਬਣਤ ਕਈ ਵਾਰ ਆਉਂਦਾ ਬਣਾਉਣਾ, ਪਰ ਇੱਥੇ ਬਣਾਈ ਅਲੱਗ ਲਿਖਿਆ ਹੋਇਆ ਹੈ ਤਾਂ ਕਿ ਉਹ ਅਲੱਗ ਹੋ ਗਿਆ ਤੇ ਬਣਤ ਆਪਣੇ ਆਪ ਵਿੱਚ ਆਪਣਾ ਵੱਖਰਾ ਅਰਥ ਰੱਖਦਾ ਹੈ। ਉਹਦੇ ਲਈ ਅਸੀਂ ਕਹਾਂਗੇ ਮਰਿਆਦਾ, ਗੁਰਮਰਿਆਦਾ, ਔਰ ਉਹਦੇ ਅਸੀਂ ਸ਼ਬਦ ਵਰਤ ਸਕਦੇ ਹਾਂ ਰੱਬੀ ਨਿਯਮਾਵਲੀ। ਥੈਂਕ ਯੂ ਵੀਰ ਜੀ। ਦੋ ਤਿੰਨ ਚੀਜ਼ਾਂ ਬਹੁਤ ਅੱਛੀ ਲੱਗੀਆਂ ਆਪ ਜੀ ਦੇ ਵਿਚਾਰ ਦੇ ਅੰਦਰ, ਸਪੈਸ਼ਲੀ ਜਿਹੜਾ ਫਰੇਮ ਆਫ ਮਾਈਂਡ ਜਿਹੜਾ ਤੁਸੀਂ ਐਕਸਪਲੇਨ ਕੀਤਾ ਕਿ ਗੁਰੂ ਦੀਵਾਰ ਨਾ ਬਣਾ ਦਿੰਦਾ ਆਸ-ਪਾਸ, ਉਸ ਤੋਂ ਬਾਅਦ ਫਿਰ ਮਤਲਬ ਅਸੀਂ ਉਹਦੇ ਸਿਕਿਉਰ ਹੈਗੇ ਹਾਂ, ਉਹ ਬਹੁਤ ਅੱਛੀ ਚੀਜ਼ ਅੱਛੀ ਲੱਗੀ ਆਪ ਜੀ ਦੀ ਪੂਰੀ ਐਕਸਪਲੇਨੇਸ਼ਨ ਵਿੱਚ। ਤੇ ਵਾਕਈ ਇਸ ਇੱਕ ਸਟੇਟਮੈਂਟ ਤੱਤੀ ਵਾਹਨ ਲਾਗੀ ਆਗਮ ਸਰਨਾਈ ਕਿੰਨਾ ਵੱਡਾ ਡੈਫੀਨੇਸ਼ਨ ਹੈ ਇਹਦਾ, ਸਮੁੰਦਰ ਹੈ ਜੀ ਪੂਰਾ, ਬਹੁਤ ਵਧੀਆ। ਧੰਨਵਾਦ ਜੀ। हाँ जी भाई साहब जी, आवाज आ रही है? हाँ जी, हाँ जी, आवाज आ रही है जी। हाँ जी, बहुत सोहनी व्याख्या। मैं तो सोची बड़ा सौखा जिहा शब्द हैगा, झटपट हो जाएगा, पर तुसी बहुत ही डीपली, बहुत सोहनी दा इलैबोरेट करके समझाया है, बहुत अच्छा लगा। मेरा एक मैनू मतलब बहुत थोड़ा जिहा ही समझ आएगी, ज्यादा नहीं। जिहड़े 3 गुण दस्से सी, रजो गुण, तमो गुण ते सतो गुण, थोड़ा जिहा इन्हां नू ब्रीफ कर दोगे प्लीज भी, एक मोटा मोटा भी की हैगे ने तीनों, रजो गुण, तमो गुण ते सतो गुण दे बारे?
हाँ जी, मैं कोशिश करदा हां नाल मैनूं साडे भाई मनजीत सिंह जी नाल जरूर मैनूं नाल हेल्प चाहिदी इन्हां दी। एक्चुअली ये माया दे 3 रूप मन्ने जांदे हैं, रजगुण, तमगुण, सतगुण। जदों ਅਸੀਂ ਇਹਨੂੰ ਇਸ ਤਰੀਕੇ ਨਾਲ ਲੈਨੇ ਆ ਵੀ ਰਜਗੁਣ ਇਹਦੇ ਵਿੱਚ ਮਨ ਜਦੋਂ ਵਿਦਵਾਨਾਂ ਨੇ ਕਿਹਾ ਰੱਜਿਆ ਹੋਇਆ, ਜਦੋਂ ਮੈਂ ਜਿਸ ਤੱਕ ਇਹਨੂੰ ਸਮਝ ਸਕਦਾ ਵੀ ਇਸ ਟਾਈਮ ਐਕਸਪਲੇਨ ਕਰਨਾ, ਜਾਂ ਤਮ ਗੁਣ ਜਿਹੜਾ ਜਦੋਂ ਮੇਰਾ ਮਨ ਤੇ ਮਾਇਆ ਦਾ ਤਮ ਗੁਣ ਵਾਲਾ ਪ੍ਰਭਾਵ ਪੈ ਜਾਂਦਾ ਹੈ, ਜਦੋਂ ਤਪਸ਼ ਵਿੱਚ ਆ ਜਾਂਦਾ, ਤਮਾ ਕਹਿੰਦੇ ਨੇ ਲਾਲਚ ਨੂੰ ਔਰ ਤਪਸ਼ ਨੂੰ। ਇਹਦੇ ਵਿੱਚ ਜਦੋਂ ਮਨ ਮੇਰਾ ਵਿਚਰਨ ਲੱਗ ਪੈਂਦਾ ਤੇ ਇਹਦੇ ਮਨ ਮੇਰਾ ਤਮ ਗੁਣ ਵਿੱਚ ਹੁੰਦਾ। ਤੇ ਬਾਕੀ ਜਿਹੜੇ ਰਜਗੁਣ ਤੇ ਸਤਗੁਣ ਹੈਗੇ ਨੇ, ਇਹਨੂੰ ਥੋੜਾ ਜਿਹਾ ਇਹਨਾਂ ਤੇ ਆਪਾਂ ਸਟੱਡੀ ਕਰਾਂਗੇ ਤਾਂ ਹੋ ਸਕਦਾ ਮੈਨੂੰ ਵੀ ਸਮਝ ਲੱਗੇ ਪ੍ਰੋਪਰ ਇਹਨਾਂ ਦੀ। ਹਾਂ, ਕੋਈ ਗੱਲ ਨਹੀਂ, ਨੈਕਸਟ ਟਾਈਮ ਅਸੀਂ ਕਰ ਸਕਦੇ ਹਾਂ ਜੀ। ਬਿਲਕੁਲ ਜੀ, ਤਮੋ ਗੁਣ ਤੇ ਸਤੋ ਗੁਣ, ਇਹ ਤਿੰਨਾਂ ਦੇ ਬਾਰੇ ਥੋੜਾ ਜ਼ਰੂਰ ਤੁਸੀਂ ਜਦੋਂ ਵੀ। ਬਿਲਕੁਲ, ਇਹ ਤੇ ਜ਼ਰੂਰ ਅਸੀਂ ਥੋੜਾ ਜਿਹਾ ਵਿਚਾਰਾਂਗੇ ਤੇ ਜ਼ਰੂਰ ਆਪਾਂ ਕਰਾਂਗੇ ਜੀ। ਠੀਕ ਹੈ ਭਾਈ ਸਾਹਿਬ, ਥੈਂਕ ਯੂ ਸੋ ਮਚ। ਥੈਂਕ ਯੂ ਪਲੀਜ਼, ਥੈਂਕ ਯੂ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਬਹੁਤ ਹੀ ਵਧੀਆ, ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਮਤਲਬ ਕੋਈ ਸ਼ਬਦ ਹੀ ਨਹੀਂ ਹੈਗੇ ਵੀ ਜਿਸ ਤਰ੍ਹਾਂ ਸਮਝਾਇਆ ਇੰਨਾ ਖੋਲ ਕੇ, ਕਿਉਂਕਿ ਆਪਾਂ ਛੋਟੇ ਹੁੰਦੇ ਤਾਂ ਸਾਨੂੰ ਇਹੀ ਦੱਸਿਆ ਜਾਂਦਾ ਸੀ ਵੀ ਸੌਣ ਲੱਗਿਆ ਸ਼ਬਦ ਪੜ੍ਹ ਲਵੋ ਇਹ ਵਾਲਾ। ਆਪਾਂ ਮੋਸਟਲੀ ਸਭ ਜਣੇ ਇਸ ਤਰ੍ਹਾਂ ਹੀ ਪੜ੍ਹਦੇ ਹੁੰਦੇ ਸੀ। ਤੇ ਪਰ ਜਦੋਂ ਅੱਜ ਦੇ ਆਪਾਂ ਅਰਥ ਸਮਝੇ ਨੇ ਤੇ ਬਹੁਤ ਹੀ ਮਤਲਬ ਵਧੀਆ ਤਰੀਕੇ ਨਾਲ ਜਿਹੜੇ ਤੁਸੀਂ ਅਰਥ ਸਮਝਾਏ ਨੇ, ਕੋਈ ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੈਂ ਕਿੰਨਾ ਸ਼ਬਦਾਂ ਦਾ ਤੁਹਾਡਾ ਧੰਨਵਾਦ ਕਰਾਂ। ਹਾਂਜੀ, ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਹਾਂਜੀ ਵੀਰ ਜੀ, ਰਜੋ ਤਮੋ ਗੁਣ ਦਾ ਵਿਆਖਿਆ ਜੇ ਹੁਣੇ ਕਰਨੀ ਹੈ ਤਾਂ ਕਰ ਲਈਏ। ਹਾਂਜੀ ਹਾਂਜੀ, ਬਿਲਕੁਲ ਜੀ। ਹਾਂਜੀ, ਰਜੋ ਹੈਗਾ ਅਟੈਚਮੈਂਟ ਜਾਂ ਈਗੋ, ਜਿਹੜਾ ਕਿਸੇ ਚੀਜ਼ ਨੂੰ ਅਟਰੈਕਸ਼ਨ ਹੋਣਾ ਜਾਂ ਕਿਸੇ ਚੀਜ਼ ਨੂੰ ਚਿੰਬੜਨਾ ਜਾਂ ਆਪਣਾ ਹੰਕਾਰ ਕਰਨਾ, ਈਗੋ ਜਿਹਨੂੰ ਕਹਿੰਦੇ ਆ, ਉਹ ਹੈਗਾ ਰਜੋ। ਤਮੋ ਹੈਗਾ ਗੁੱਸਾ, ਚਿੰਤਾ, ਤਕਲੀਫ, ਲਾਲਚ ਜਾਂ ਡਿਜ਼ਾਇਰ ਟੂ ਓਨ ਸਮਥਿੰਗ, ਜਿਹੜਾ ਕਿਸੇ ਚੀਜ਼ ਨੂੰ ਪਾਉਣਾ, ਹਾਸਲ ਕਰਨਾ, ਓਨਰਸ਼ਿਪ, ਜਿਸ ਤਰ੍ਹਾਂ ਚਾਈਨਾ ਕਰ ਰਿਹਾ ਹੈ ਕਰੋਨਾ ਵਾਇਰਸ ਸਭ ਨੂੰ ਦੇ ਕੇ, that is ਤਮੋ ਗੁਣ। ਫੰਡਾਮੈਂਟਲ ਜਾਂ ਦੁਨਿਆਵੀ ਚੀਜ਼ਾਂ ਦਾ ਆਨੰਦ ਮਾਣਨਾ, ਇਹ ਤਮੋ ਗੁਣ ਚ ਆ ਜਾਂਦਾ ਹੈ। ਤੇ ਸਤੋ ਗੁਣ ਹੈਗਾ ਸ਼ਾਂਤੀ, ਦਇਆ, ਦਾਨ ਦੇਣਾ ਔਰ ਖਿਮਾ ਕਰਨਾ, ਕਿਸੇ ਨੂੰ ਫॉरगिव ਕਰਨਾ। ਸੋ ਜੇ ਚਾਹੀਦਾ ਤਾਂ ਮੈਂ ਇਹਨਾਂ ਦੀ ਡੈਫੀਨੇਸ਼ਨ ਚਰਨਜੀਤ ਸਿੰਘ ਜੀ ਨੂੰ ਭੇਜ ਦਿਆਂਗਾ ਤਾਂ ਕਿ people can read it again. और this is what I have gathered from various books कि रजो तमो और सतो की चीज़ां हैगियां। थैंक यू वीर जी, थैंक यू जी। हाँ जी मनजीत जी, ਤੁਸੀਂ ਗਰੁੱਪ ਵਿੱਚ ਵੀ ਸ਼ੇਅਰ ਕਰ ਸਕਦੇ ਹੋ ਤੇ ਸਾਰਿਆਂ ਨੂੰ ਆਟੋਮੈਟਿਕਲੀ ਮਿਲ ਜਾਏਗਾ। Yeah, he will put it on the group, no problem. ठीक है, बिल्कुल ठीक है। हाँ जी। अगर होर क्वेश्चन कोई नहीं हैगा ते या कोई सांझ करनी है ते बहुत अच्छी कर रहे, नहीं ते मैं अपने वीर स्वरणजीत सिंह जी नू बेनती करांगा कि वो अगली क्लास जो टेकअप करनी है ਉਹਦੇ ਉੱਪਰ थोड़ा चानन पा देंगे ताकि संगत होर उसे उत्साह दे नाल और प्रेम दे नाल और समझ के थोड़ा जा अपना भी कोई होम एक्सरसाइज करके या होमवर्क करके आएंगे। प्लीज भाई साहब, बहुत बहुत धन्यवाद। वाहिगुरु जी खालसा, वाहिगुरु फतेह। कैन आई ऐड समथिंग अंकल? हाँ जी, या श्योर बिल्कुल, प्लीज प्लीज। maybe I am wrong, but this can be taken up in the next discussion on rajogun, tamogun and satogun. But ਜਿੰਨੀ ਵੀ ਪਿੱਛੇ ਜੇ ਸਾਡੀ ਸੰਗਤ ਵਿੱਚ ਜੋ ਵਿਚਾਰ ਹੋਈ ਸੀਗੀ, ਉਹਨੂੰ ਸਿੰਪਲੀਫਾਈਡ ਵੇ ਨਾਲ ਏਦਾਂ ਦੱਸਿਆ ਗਿਆ ਸੀਗਾ ਕਿ ਬਈ ਰਜੋਗੁਣ ਉਹ ਵਾਲੇ ਗੁਣ ਨੇ ਜਿਹੜੇ ਤੁਹਾਨੂੰ ਆਪਣੀ ਲਾਈਫ ਨੂੰ ਚਲਾਉਣ ਵਾਸਤੇ ਚਾਹੀਦੇ ਹੁੰਦੇ ਨੇ। ਜਿਵੇਂ ਤੁਸੀਂ ਆਪਣਾ ਰੋਜ਼ਮर्रा ਦਾ, ਜੇ ਤੁਸੀਂ ਆਪਣੀ ਜੌਬ ਕਰਨੀ ਹੈ, ਖਾਣਾ ਪਕਾਣਾ ਹੈ, ਉਹ ਜਿਹੜੇ ਤੁਸੀਂ ਇਹ ਸਾਰੇ ਕੰਮ ਕਰ ਰਹੇ ਹੋ, ਇਹ ਰਜੋਗੁਣ ਵਿੱਚ ਆਉਂਦੇ ਨੇ। ਬੱਚੇ ਪਾਲ ਰਹੇ ਹੋ, ਇਹ ਸਾਰਾ ਕੁਝ ਕਰ ਰਹੇ ਹੋ ਹੈਗੇ ਹੋ। ਤੇ ਤਮੋਗੁਣ ਹੁੰਦਾ ਹੈਗਾ ਕਿ ਤੁਸੀਂ ਉਹ ਸਾਰੇ ਕੰਮ ਪਰ ਨੈਗੇਟਿਵਿਟੀ ਨਾਲ ਕਰੋ। ਜਿਵੇਂ ਧੋਖਾਧੜੀ ਹੋ ਗਈ, ਚੋਰੀ ਕਰਕੇ ਕਰ ਲਿਆ, ਤੇ ਏਦਾਂ ਕਰਕੇ ਜਿਹੜੇ ਤੁਸੀਂ ਇਹ ਵਾਲੀ ਹੋ
ਉਹ ਤਮੋਗੁਣ ਤਮਾ ਦਾ ਮਤਲਬ ਹੈਗਾ ਡਾਰਕਨੈਸ, ਤੇ ਇਹ ਜੋ ਸਾਨੂੰ ਉੱਥੇ ਡਿਸਕਸ਼ਨ ਹੋਈ ਸੀਗੀ। ਤੇ ਸੋ ਉਹ ਜਿਹੜੇ ਗੁਣ ਨੇ ਉਹ ਤਮੋਗੁਣ ਚ ਆਉਂਦੇ ਨੇ। ਤੇ ਸਤੋਗੁਣ ਚ ਉਹੀ ਜਿਸ ਤਰ੍ਹਾਂ ਹੁਣੇ ਡਿਸਕਸ ਹੋਇਆ ਹੈਗਾ ਕਿ ਬਈ ਜਿਹੜਾ ਹੈਗਾ ਜਿਹੜੇ ਗੁਰੂ ਦੇ ਗੁਣ ਹੈਗੇ ਨੇ ਉਹ ਉਹਨਾਂ ਵਿੱਚ ਤੁਸੀਂ ਅਟੈਚ ਹੋਣ ਦੀ ਕੋਸ਼ਿਸ਼ ਕਰਦੇ ਹੋ, ਰੱਬ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਡੇ ਅੰਦਰ ਨਿਸ਼ਕਾਮ ਸੇਵਾ ਹੈਗੀ ਹੈ ਦਾ ਗੁਣ ਹੈਗਾ, ਬਾਣੀ ਪੜਨ ਦਾ ਗੁਣ ਹੈ, ਅੰਮ੍ਰਿਤ ਵੇਲੇ ਉੱਠਣ ਦਾ ਗੁਣ ਹੈਗਾ, ਤੇ ਇਹ ਸਾਰੇ ਦੈਟ ਮੀਨਸ ਤੁਸੀਂ ਸਤੋ ਗੁਣ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹੋ। ਤੇ ਇਹ ਤਿੰਨ ਗੁਣ ਵਿੱਚ ਤਾਂ ਹੀ ਜਿਹੜੇ ਕਈ ਵਾਰੀ ਕਥਾ ਵਿਚਾਰ ਚ ਵੀ ਆਉਂਦਾ ਹੈਗਾ ਕਿ ਬਈ ਕੋਸ਼ਿਸ਼ ਇਹੀ ਤੁਹਾਨੂੰ ਰਹਿਣਾ ਹਰ ਪੂਰੇ ਦਿਨ ਵਿੱਚ ਤੁਸੀਂ ਕਿਸੇ ਨਾ ਕਿਸੇ ਇਹਨਾਂ ਚੋਂ ਗੁਣ ਵਿੱਚ ਹੀ ਆਪਣਾ ਸਮਾਂ ਬਿਤਾ ਰਹੇ ਹੁੰਦੇ ਹੋ, ਪਰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਬਈ ਵੱਧ ਤੋਂ ਵੱਧ ਸਤੋ ਗੁਣ ਚ ਰਹੋ, ਜਿਹਦੇ ਵਿੱਚ ਤੁਸੀਂ ਦਇਆ, ਧਰਮ, ਸੰਤੋਖ, ਖਿਮਾ, ਇਹ ਵਾਲੇ ਮਨ ਵਿੱਚ ਵਿਚਾਰ, ਇਹਨਾਂ ਦੇ ਨਾਲ ਹੀ ਤੁਸੀਂ ਬਾਕੀ ਆਪਣਾ ਵਿਵਹਾਰ ਰੱਖੋ ਸਾਰੇ ਪਾਸੇ। ਤੇ ਇਹ ਛੋਟੀ ਜੀ ਇੱਕ ਸ਼ੇਅਰਿੰਗ ਸੀਗੀ। ਆਈ ਮਾਈਟ ਬੀ ਰੋਂਗ, ਇਹਨੂੰ ਆਪਾਂ ਨੈਕਸਟ ਟਾਈਮ ਹੋਰ ਡਿਟੇਲ ਚ ਰਹਿ ਸਕਦੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਹਾਂਜੀ, ਮੈਂ ਕਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ 15 ਮਿੰਟ ਪਹਿਲੇ ਸਾਨੂੰ ਛੁੱਟੀ ਹੋ ਗਈ ਕਿ ਹਮਾਰੀ ਕਲਾਸ ਵਿੱਚ ਥੋੜਾ ਜਿਹਾ ਰਿਲੈਕਸਿੰਗ ਟਾਈਮ ਜ਼ਿਆਦਾ ਮਿਲ ਜਾਂਦਾ ਸੋਚਣ ਦਾ। ਸਾਨੂੰ ਅੱਜ ਭਾਈ ਸਾਹਿਬ ਨੇ ਇੰਨਾ 45 ਮਿੰਟ ਵਿੱਚ ਸਮਝਾਇਆ ਕਿ ਉਹ ਹੁਣ ਸਾਡੇ ਦਿਮਾਗ ਵਿੱਚ ਘੁੰਮੇਗਾ ਤੇ ਅਗਲੇ 15-20 ਮਿੰਟ ਸਾਨੂੰ ਉਹਨੂੰ ਸਮਝਣੇ ਚ ਵੀ ਲੱਗਣਗੇ, ਕਿਉਂਕਿ ਜਿਸ ਤਰ੍ਹਾਂ ਕਿਆ ਬਾਕੀ ਸੰਗਤ ਵੀ ਕਹਿ ਲਈ ਵੀ ਅਸੀਂ ਸੋਚਦੇ ਕਿ ਅਵਨਾਸ਼ ਭੈਣ ਜੀ ਕਹਿ ਰਹੇ ਸੀ ਕਿ ਬਿਲਕੁਲ ਅਸੀਂ ਤਾਂ ਸਮਝੇ ਤਾਤੀ ਵਾਹ ਨਾਲ ਆ ਗਈ, ਤੇ ਜਿਸ ਤਰ੍ਹਾਂ ਮਨਦੀਪ ਭੈਣ ਜੀ ਕਹਿ ਰਹੇ ਵੀ ਰਾਤੀ ਪੜ੍ਹਨਾ ਹੈਗਾ ਭਾਈ ਹੁਣ ਸੋ ਜਾਓ ਆਰਾਮ ਨਾਲ, ਬਾਹਰ ਤੱਤੀ ਨਹੀਂ ਲੱਗੇਗੀ। ਜਿਹੜੀ ਮਨ ਦੀ ਹਵਾ ਹੈ ਵਾਕਈ ਜਿੰਨਾ ਮਰਜੀ ਮੈਂ ਕਹਿੰਦਾ ਕਿ 에ਅਰ ਕੰਡੀਸ਼ਨ ਚਲਾ ਲਓ ਤੇ ਅਗਰ ਅੰਦਰੋਂ ਮੇਰਾ ਜਿਸ ਵੇਲੇ ਗੁੱਸਾ ਹੁੰਦਾ ਹੈ ਉਹਲੇ ਮੈਨੂੰ ਪਸੀਨਾ ਆ ਹੀ ਜਾਂਦਾ ਹੈਗਾ। ਤੇ ਮਨ ਜੀਤੇ ਜਗ ਜੀਤ, ਜਿਹਨੇ ਮਨ ਜਿੱਤ ਲਿਆ ਉਹਨੇ ਹੀ ਸਾਰਾ ਕੁਝ ਜਿੱਤ ਪ੍ਰਾਪਤ ਕਰ ਲਈ ਤੇ ਉਹਨੇ ਹੀ ਫਤਿਹ ਕੀਤਾ ਹੈਗਾ। ਤੇ ਗੁਰੂ ਮਹਾਰਾਜ ਦਾ ਹਰ ਸ਼ਬਦ ਦੇ ਵਿੱਚ, ਜਿਸ ਤਰ੍ਹਾਂ ਮੇਰੇ ਵੀਰ ਸੁਰਨਜੀਤ ਸਿੰਘ ਜੀ ਕਹਿ ਰਹੇ ਹਨ, ਜੇ ਸਾਨੂੰ ਕਨਸੈਪਟ ਔਰ ਗੁਰਬਾਣੀ ਸਮਝ ਆ ਜਾਏਗੀ ਤੇ ਵਾਕਈ ਸਾਨੂੰ ਇਹ ਵੀ ਪਤਾ ਲੱਗ ਜਾਏਗਾ ਬਈ ਗੁਰੂ ਮਹਾਰਾਜ ਕਿਹੜੀ ਤੱਤੀਵਾਦ ਦੀ ਗੱਲ ਕਰ ਰਹੇ ਹਨ, ਕਿਹੜੀ ਹੋਰ ਚੀਜ਼ ਦੀ ਗੱਲ ਕਰ ਰਹੇ ਹਨ। ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ। ਸਾਰੇ ਸਾਂਝ ਕਰੋ, ਫਤਿਹ ਬੁਲਾਓ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰਾ अगर हो सके तो मंजीत जी हैदराबाद तो आए तो बहुत अच्छा है। बोले सोनिहाल, वाहिगुरू सोनिहाल, सत श्री अकाल।